ਭਾਈ ਸੁੱਖਾ ਸਿੰਘ ਦੀ ਸਾਖੀ ਸੁਣੋ ਮਨ ਚਿਤ ਲਾ ਕਰਕੇ। ਇਹ ਕੰਬੋ ਕੀ ਮਾੜੀ ਪਿੰਡ ਹੈ ਮਾਝੇ ਦੇ ਵਿੱਚ। ਕੰਬੋ ਕੀ ਮਾੜੀ ਦੇ ਵਿੱਚ ਇਹਦਾ ਜਨਮ ਹੋਇਆ ਹੈ। ਜਾਤ ਇਹਦੀ ਤਰਖਾਣ ਸੀ, ਮਿਸਤਰੀ, ਜਿਨ੍ਹਾਂ ਨੂੰ ਰਾਮਗੜੀਏ ਵੀ ਕਹਿੰਦੇ ਆ। ਜਦੋਂ ਇਹ ਬੱਚਾ 12 ਕੁ ਸਾਲਾਂ ਦਾ ਹੋਇਆ, ਸੁੱਖਾ ਸਿੰਘ ਦੀ ਉਮਰ 12 ਸਾਲ ਦੀ ਹੋਈ, ਮਾਤਾ ਪਿਤਾ ਵਿਵਾਹ ਸੋ ਦਇਓ। ਮਾਤਾ ਪਿਤਾ ਨੇ ਵਿਆਹ ਕਰ ਦਿੱਤਾ। ਉਹਨਾਂ ਦਿਨਾਂ ਵਿੱਚ 10 ਸਾਲ 12 ਸਾਲ ਦੇ ਬੱਚੇ ਨੂੰ ਆਮ ਵਿਆਹ ਦਿੰਦੇ ਹੁੰਦੇ ਸੀ। ਕੁੜੀਆਂ 5-6 ਸਾਲ ਦੀਆਂ ਤੇ ਮੁੰਡਾ 8-9 ਸਾਲ ਦਾ, ਤੇ ਵਿਆਹ ਕੇ ਕਈ ਵਾਰੀ ਤਾਂ ਕਹਿੰਦੇ ਉਹ ਬੱਚੇ ਤੁਰਦੇ ਵੀ ਨਹੀਂ ਸੀ, ਗੋਦੀ ਚੁੱਕ ਕੇ ਘੁਮਾ ਦਿੰਦੇ ਸੀ ਫੇਰੇ। ਇਦਾਂ ਦਾ ਸਮਾਂ ਸੀਗਾ। ਜਾਂ ਕਹਿੰਦੇ ਪਰਾਤ ਚ ਬਹਾ ਕੇ ਫੇਰੇ ਦੇ ਦਿੰਦੇ ਸੀਗੇ, ਇਹ ਵੀ ਸੁਣਿਆ। ਸੋ ਛੋਟੀ ਉਮਰ 'ਚ ਵਿਆਹ ਹੁੰਦੇ ਸੀਗੇ। 12 ਸਾਲ ਦਾ ਸੀ ਸੁੱਖਾ ਸਿੰਘ ਜਦੋਂ ਉਹਦਾ ਵਿਆਹ ਕਰ ਦਿੱਤਾ। ਉਹਦੇ ਮਨ ਵਿੱਚ ਸ਼ੌਂਕ ਜਾਗਿਆ ਕਿ ਮੈਂ ਵੀ ਸਿੰਘਾਂ 'ਚ ਰਲ ਜਾਵਾਂ, ਖਾਲਸੇ ਦੇ ਦਰਸ਼ਨ ਕਰਾਂ, ਕਿਉਂਕਿ ਸਿੱਖੀ ਦਾ ਪਰਿਵਾਰਾਂ 'ਚ ਸੀ ਪਰ ਅੰਮ੍ਰਿਤ ਨਹੀਂ ਸੀ ਛਕਿਆ ਕਰਦੇ ਲੋਕ। ਉਦੋਂ ਸਹਿਜਧਾਰੀ ਸਿੱਖ ਜ਼ਿਆਦਾ ਸੀਗੇ। ਉਹਦੇ ਮਨ 'ਚ ਚਾਹ ਪੈਦਾ ਹੋਇਆ। ਲਈ ਪਾਹੁਲ ਅੰਮ੍ਰਿਤਸਰ ਜਾਏ। ਉਹ ਅੰਮ੍ਰਿਤਸਰ ਗਿਆ ਤੇ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਖੰਡੇ ਦੀ ਪੌਲ ਛਕ ਕੇ ਸਿੰਘ ਸੱਜ ਗਿਆ। ਇੱਥੇ ਖਾਲਸਾ ਇਕੱਠਾ ਹੁੰਦਾ ਸੀ, ਸਿੰਘ ਇਕੱਠੇ ਹੁੰਦੇ ਸੀ, ਸੰਗਤਾਂ ਇਕੱਠੀਆਂ ਹੁੰਦੀਆਂ ਸੀ। ਜਿਮ ਤਿਮ ਕਰਕੇ ਪਹੁੰਚੈ ਸੋਏ। ਉਦਮ ਕਰਕੇ ਸੁੱਖਾ ਸਿੰਘ ਉੱਥੇ ਜਾ ਪਹੁੰਚਦਾ ਸੀ ਤੇ ਜਾ ਕੇ ਸੰਗਤ 'ਚ ਬਹਿ ਕੇ ਕੀਰਤਨ ਸੁਣਦਾ ਸੀ। ਜੇ ਕੋਈ ਸਿੰਘ ਉਹਦੇ ਪ੍ਰੇਮ ਦਾ ਬੱਝਾ ਉਹਦੇ ਘਰ ਆ ਜਾਂਦਾ ਸੀ। ਸੋ ਉਸ ਕੀ ਵਹਿ ਟਹਿਲ ਕਮਾਵੈ। ਘਰ ਆਏ ਸਿੱਖ ਦੀ ਸੇਵਾ ਕਰਦਾ ਸੀ। ਜੋ ਗਰੀਬੀ ਦਾਵੇ ਦਾ ਘਰ 'ਚ ਰੁੱਖਾ ਮਿੱਸਾ ਪ੍ਰਸ਼ਾਦਾ ਹੁੰਦਾ ਸੀ, ਉਹ ਆਏ ਗਏ ਸਿੰਘ ਨੂੰ ਛਕਾਉਂਦਾ ਸੀ ਸੁੱਖਾ ਸਿੰਘ। ਇਹ ਗੱਲ ਜਿਹੜੀ ਨਾ ਉੜਦੀ ਉੜਦੀ ਚੁਗਲਖੋਰਾਂ ਦੇ ਕੰਨੀ ਪੈ ਗਈ। ਜਿਹੜੇ ਮੁਖਬਰ ਸੀਗੇ ਨਾ ਸਰਕਾਰ ਦੇ, ਪਿੰਡਾਂ 'ਚ ਫਿਰਦੇ ਸਨ, ਖਿਆਲ ਰੱਖਦੇ ਸਨ ਵੀ ਸਿੱਖਾਂ ਦਾ ਆਉਣ ਜਾਣ ਕਿੱਥੇ ਹੈ, ਕਿਹੜਾ ਪਿੰਡ ਦੇ ਕਿੰਨੇ ਕੁ ਸਿੱਖ ਨੇ, ਕਿਹੜੇ ਸਿੱਖਾਂ ਨਾਲ ਸੰਬੰਧ ਰੱਖਦੇ ਨੇ, ਕਿੱਦਾਂ ਦਾ ਸੰਬੰਧ ਰੱਖਦੇ ਨੇ, ਹਰ ਗੱਲ ਦੀ ਉਹ ਨਿਗਾਹ ਰੱਖਦੇ ਸਨ। ਫੌਜ ਚੜਾਏ ਚੁਗਲਨ ਸੰਗ ਲਈ। ਚੁਗਲਾਂ ਨੇ ਫੌਜ ਦੀ ਇੱਕ ਟੁਕੜੀ ਲੈ ਆਂਦੀ ਪਿੰਡ ਮਾੜੀ ਕੰਬੋਕੀ ਵਿੱਚ। ਉਸ ਦਿਨ ਹੋਤੋ ਨਾ ਵਹਿ ਘਰ ਸਿੱਖ। ਜਦੋਂ ਪੁਲਿਸ ਆਈ, ਫੌਜ ਆਈ, ਕੁਦਰਤਨ ਭਾਈ ਸਾਹਿਬ ਭਾਈ ਸੁੱਖਾ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ, ਘਰ ਨਹੀਂ ਸੀ। ਇਮ ਕਰ ਉਨ ਕੋ ਪਰਿਓ ਨਾ ਦੇਖ। ਉਹਨਾਂ ਨੂੰ ਨਜ਼ਰ ਹੀ ਨਹੀਂ ਆਇਆ। ਉਹਨਾਂ ਨੇ ਘਰਦਿਆਂ ਨੂੰ ਆ ਕੇ ਪੁੱਛਗਿੱਛ ਕੀਤੀ ਵੀ ਤੁਹਾਡਾ ਲੜਕਾ ਸੁਣਿਆ ਸਿੱਖਾਂ 'ਚ ਰਲ ਗਿਆ, ਉਹਨੇ ਅੰਮ੍ਰਿਤ ਛਕ ਲਿਆ, ਉਹਦਾ ਸਿੱਖਾਂ ਨਾਲ ਬਹਿਣ ਉੱਠਣਾ, ਉਹਦੇ ਘਰ ਸਿੱਖ ਆਉਂਦੇ ਨੇ। ਇਦਾਂ ਦੀਆਂ ਗੱਲਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਪੁੱਛਗਿੱਛ ਕੀਤੀ। ਫੌਜ ਮੁੜੀ ਜਬ ਉਤ ਤੇ ਗਈ। ਉਹ ਫੌਜ ਜਦੋਂ ਵਾਪਸ ਚਲੀ ਗਈ, ਥੋੜੀ ਬਾੜੀ ਝਿੜਕ ਕਰਕੇ ਤਾੜਨਾ ਕਰਕੇ ਚਲੇ ਗਏ। ਵਹੀ ਖਬਰ ਉਸ ਪਿਤ ਮਾਤਾ ਭਈ। ਮਾਤਾ ਪਿਤਾ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਬੱਚੇ ਦੀ ਖੈਰ ਨਹੀਂ, ਹੁਣ ਸਾਡਾ ਲੜਕਾ ਮਾਰਿਆ ਜਾਏਗਾ। ਸਰਕਾਰ ਦੀ ਨਿਗਾਹ ਚੜ ਗਿਆ। ਜਿਹੜੇ ਬੰਦੇ ਦਾ ਪਤਾ ਲੱਗ ਜਾਏ ਵੀ ਉਹ ਸਿੱਖਾਂ ਦਾ ਮੇਲੀ ਜੋਲੀ ਹੈ, ਜ਼ਕਰੀਆ ਖਾਨ ਉਹਦੇ ਪਰਿਵਾਰ ਨੂੰ ਵੀ ਖਤਮ ਕਰ ਦਿੰਦਾ ਹੈ। ਮਾਤਾ ਪਿਤਾ ਬਹੁਤ ਡਰ ਗਏ, ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਸਿੰਘਾਂ ਨੂੰ ਬਾਹਰ ਰਹਿਣਾ ਪੈਂਦਾ ਸੀ। ਡਰ ਦੇ ਮਾਰੇ ਜੰਗਲਾਂ 'ਚ ਰਾਤਾਂ ਕੱਟਦੇ ਸੀ, ਘਰ ਨਹੀਂ ਸੀ ਆਉਂਦੇ। ਮਾਤ ਪਿਤਾ ਉਸ ਵੱਡ ਲਏ ਹਾਵੇ। ਮਾਤਾ ਪਿਤਾ ਵੀ ਬੜੇ ਦੁਖੀ ਸਨ ਵੀ ਬੱਚਾ ਸਾਡਾ ਘਰ ਨਹੀਂ ਆਉਂਦਾ। ਦੋਹਰਾ ਮਾਤ ਪਿਤਾ ਉਸ ਇਮ ਕਹੈ ਹਮ ਸਿੰਘਣ ਸਿਓ ਕਿਆ ਕਾਮ। ਮਾਤਾ ਪਿਤਾ ਸਮਝਾਉਂਦੇ ਰਹਿੰਦੇ ਸੀ, ਪੁੱਤਰ ਅਸੀਂ ਗਰੀਬ ਲੋਕ ਆ, ਸਾਡਾ ਸਿੰਘਾਂ ਨਾਲ ਕੀ ਲੈਣ ਦੇਣ ਹੈ, ਸਿੰਘਾਂ ਨਾਲ ਸਾਡਾ ਕੀ ਕੰਮ ਹੈ, ਸਿੰਘਾਂ ਨਾਲ ਸਾਡੀ ਕੀ ਰਿਸ਼ਤੇਦਾਰੀ ਹੈ, ਅਸੀਂ ਸਿੱਖਾਂ ਤੋਂ ਕੀ ਲੈਣਾ ਹੈ। ਹਮ ਹੈ ਜਾਤ ਕਮੀਨਨੀ ਪਤਸ਼ਾਹੀ ਸੋ ਕਿਆ ਕਾਮ। ਅਸੀਂ ਆਪਣੀ ਕਮਾਈ ਕਰਕੇ ਖਾਣ ਵਾਲੇ ਹਾਂ, ਭਾਵ ਮਿਹਨਤ ਕਰਕੇ ਰਾਤ ਨੂੰ ਰੁੱਖੀ ਮਿੱਸੀ ਰੋਟੀ ਖਾਂਦੇ। ਤਰਖਾਣਾ ਦਾ ਕੰਮ ਹੁੰਦਾ, ਲੱਕੜ ਦਾ ਗੱਡੇ ਬਣਾ ਦੇਣੇ, ਜਾਂ ਛੋਟੇ ਮੋਟੇ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੁੰਦੇ ਸੀਗੇ ਉਹ ਕਰਕੇ, ਤੇ ਪੈਸਾ ਜਿਹੜਾ ਸੀ ਉਹ ਕੋਈ ਨਹੀਂ ਸੀ ਹੁੰਦਾ। ਉਹਨਾਂ ਦਿਨਾਂ 'ਚ ਜੱਟ ਜ਼ਿਮੀਂਦਾਰਾਂ ਦੇ ਨਾਲ ਕੰਮ ਕਰਦੇ ਸੀ, ਸਾਲ ਪਿੱਛੋਂ ਦਾਣੇ ਮਿਲਦੇ ਸੀਗੇ। ਜਾਂ ਛਿਮਾਈ ਜੇ ਝੋਨਾ ਆ ਗਿਆ, ਥੋੜਾ ਜਿਹਾ ਝੋਨਾ ਮਿਲ ਗਿਆ, ਕਣਕ ਆ ਗਈ, ਕਣਕ ਮਿਲ ਗਈ। ਏਦਾਂ ਕਮੀਨੇ ਜਾਤਾਂ ਜਿਹੜੀਆਂ ਸੀਗੀਆਂ ਕੰਮ ਕਰਨ ਵਾਲੀਆਂ, ਉਹ ਜਿਹੜੀਆਂ ਜਾਤਾਂ ਸੀਗੀਆਂ ਉਹ ਕੰਮ ਕਰਕੇ ਗੁਜ਼ਾਰਾ ਕਰਦੀਆਂ ਸੀਗੀਆਂ। ਭਾਈ ਸੁੱਖਾ ਸਿੰਘ ਦੇ ਮਾਤਾ ਪਿਤਾ ਕਹਿੰਦੇ, ਪੁੱਤਰ ਆਪਾਂ ਗਰੀਬ ਆ ਤੇ ਆਪਣਾ ਤੇ ਗੁਜ਼ਾਰਾ ਮਸੀਂ ਚੱਲਦਾ, ਤੇ ਆਪਾਂ ਰਾਜ ਲੈ ਕੇ ਕੀ ਕਰਨਾ। ਜੇ ਆਪਾਂ ਰਾਜ ਲੈ ਕੇ ਰਾਜ ਕਰਨਾ ਹੋਵੇ ਤੇ ਆਪਾਂ ਕਦੋਂ ਦੇ ਰਾਜੇ ਬਣ ਜਾਈਏ। ਪੁੱਤਰ ਆਪਾਂ ਨੂੰ ਕਹਿੰਦੇ ਰਾਜ ਦੇਣਾ, ਇਹ ਤਾਂ ਐਵੇਂ ਗੱਲਾਂ ਹੀ ਨੇ। ਰਾਜ ਲੈ ਕਰੇਗਾ ਖਾਲਸਾ, ਇਹ ਖਾਲਸਾ ਕਿੱਥੋਂ ਰਾਜ ਕਰੇਗਾ। ਪੁੱਤਰ ਆਪਾਂ ਕੀ ਲੈਣਾ ਰਾਜ ਕਰਕੇ। ਚਾਓ ਪਈ ਸਿੰਘ ਹੋਏ ਲੈਣ ਚਾਹੇ ਪਤਸ਼ਾਹੀ। ਸਿੰਘ ਤਾਂ ਰਾਜ ਮੰਗਦੇ ਨੇ, ਹੁਣ ਸਰਕਾਰ ਕਿੱਥੋਂ ਰਾਜ ਦੇ ਦੇਗੀ ਇਹਨਾਂ ਨੂੰ। ਹਮ ਕਮੀਨਨ ਘਰ ਸੋ ਕਦ ਆਈ। ਇੱਕ ਸਾਡੇ ਗਰੀਬਾਂ ਦੇ ਘਰ ਪਾਤਸ਼ਾਹੀ ਕਿੱਥੇ ਆਣੀ ਹੈ, ਅਸੀਂ ਤਾਂ ਉਹੀ ਦਿਹਾੜੀ ਦੱਪਾ ਹੀ ਕਰਨਾ ਹੈ। ਪਤਸ਼ਾਹੀ ਦਾਵੋ ਜੱਟ ਕਮਾਹੇ। ਇਹ ਪਾਤਸ਼ਾਹੀ ਦਾਵਾ ਤਾਂ ਜੱਟਾਂ ਦਾ ਹੈ। ਪੰਜਾਬ ਦੇ ਜੱਟ ਕਹਿੰਦੇ ਅਸੀਂ ਰਾਜ ਲਵਾਂਗੇ। ਆਪੇ ਬੀਜੈ ਆਪੇ ਖਾਹੇ। ਕਿਉਂਕਿ ਇਹਨਾਂ ਕੋਲ 10-20 ਕਿੱਲੇ ਜ਼ਮੀਨ ਹੁੰਦੀ ਹੈ, ਆਪੇ ਬੀਜ ਲੈਂਦੇ, ਆਪੇ ਖਾ ਲੈਂਦੇ ਆ। ਇਹਨਾਂ ਨੂੰ ਥੋੜਾ ਜਿਹਾ ਇਹ ਮਾਣ ਹੁੰਦਾ ਵੀ ਅਸੀਂ ਜ਼ਮੀਨ ਦੇ ਮਾਲਕ ਆ। ਪਹਿਲਾਂ ਜੱਟ ਵੀ ਮਾਲਕ ਨਹੀਂ ਸੀਗੇ,
ਪਹਿਲਾਂ ਚੌਧਰੀਆਂ ਵਾਲਾ ਸਿਸਟਮ ਸੀਗਾ ਪਿੰਡਾਂ ਦਾ। ਇੱਕ ਪਿੰਡ ਦੇ ਵਿੱਚ ਇੱਕ ਚੌਧਰੀ ਹੁੰਦਾ ਸੀ, 10 20 50 ਜੱਟਾਂ ਦੇ ਘਰ ਹੁੰਦੇ ਸੀ। ਉਹਨਾਂ ਦੀ ਜ਼ਮੀਨ ਵਾਹ ਕੇ ਤੇ ਉਹਦੇ 'ਚੋਂ ਉਹਨਾਂ ਥੋੜਾ ਬੜਾ ਹਿੱਸਾ ਮਿਲਦਾ ਸੀ। ਸਭ ਤੋਂ ਪਹਿਲਾਂ ਬਾਬੇ ਬੰਦੇ ਬਹਾਦਰ ਨੇ ਕਾਨੂੰਨ ਬਣਾਇਆ ਵੀ ਜਿਹੜਾ ਜ਼ਿਮੀਂਦਾਰ ਦੇ ਥੱਲੇ ਹਲ ਦੇ ਥੱਲੇ ਜਿੰਨੀ ਜ਼ਮੀਨ ਹੈ ਉਹਦੀ ਹੋ ਗਈ, ਬਸ ਉਹਦਾ ਹੁਣ ਮਾਲਕ ਬਣ ਗਿਆ। ਇਹ ਕਾਨੂੰਨ ਬਣਿਆ। ਬਾਅਦ 'ਚ ਮੁਗਲਾਂ ਨੂੰ ਵੀ ਉਹ ਜਾਰੀ ਰੱਖਣਾ ਪਿਆ। ਜਿਹੜੇ ਜ਼ਿਮੀਂਦਾਰ ਜਿੱਥੇ ਬੈਠੇ ਸੀ ਉਹ ਤੇ ਆਪਣੇ ਮਾਲਕ ਬਣ ਗਏ। ਤੇ ਜੇ ਸਰਕਾਰ ਖੋਣ ਲੱਗੀ ਤੇ ਜ਼ਿਮੀਂਦਾਰ ਜੱਟਾਂ ਨੇ ਬਗਾਵਤ ਸਿੰਘਾਂ ਦੇ ਰੂਪ ਵਿੱਚ ਕੀਤੀ ਵੀ ਅਸੀਂ ਨਹੀਂ ਮੰਨਦੇ ਸਰਕਾਰ ਨੂੰ। ਸੋ ਉਹ ਮਾਤਾ ਪਿਤਾ ਕਹਿੰਦੇ ਆ ਵੀ ਜੱਟਾਂ ਕੋਲ ਤਾਂ ਜ਼ਮੀਨ ਹੈ, ਆਪਣੇ ਕੋਲ ਕਿਹੜੀ ਜ਼ਮੀਨ ਹੈ, ਆਪਾਂ ਤਾਂ ਲੱਕੜੀ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਆ। ਇਹ ਲੋਕ ਥੋੜੀ ਜ਼ਮੀਨਾਂ ਦੇ ਮਾਲਕ ਨੇ ਤੇ ਪਾਤਸ਼ਾਹੀ ਦਾ ਦਾਅਵਾ ਕਰਦੇ ਨੇ। ਹਮ ਤੋ ਆਹੇ ਕਮੀਨੀ ਜਾਤ, ਅਸੀਂ ਤਾਂ ਕਮਾਈ ਕਰਕੇ, ਕਮੀਨੀ ਦਾ ਬਦਲ ਹੁੰਦਾ ਕਮਾਈ ਕਰਕੇ ਖਾਣ ਵਾਲੀ ਜਾਤ। ਸਵੇਰੇ ਕਮਾਇਆ ਸ਼ਾਮ ਨੂੰ ਖਾਣਾ, ਸਾਰਾ ਦਿਨ ਮਿਹਨਤ ਕਰਕੇ ਰੋਟੀ ਖਾਣੀ ਹੈ। ਹਮ ਮਿਲੇ ਮਜ਼ਦੂਰੀ ਆਛੀ ਬਾਤ, ਸਾਡੇ ਤੇ ਇਹੀ ਬੜੀ ਵੱਡੀ ਗੱਲ ਹੈ ਵੀ ਦਿਨ ਦਾ ਕੰਮ ਕਰਕੇ ਸ਼ਾਮ ਨੂੰ ਮਜ਼ਦੂਰੀ ਮਿਲ ਜਾਵੇ, ਆਟਾ ਮਿਲ ਜਾਵੇ, ਦਾਲ ਮਿਲ ਜਾਵੇ, ਲੂਣ ਮਿਲ ਜਾਵੇ, ਸਿੱਧੇ ਇੰਨੇ 'ਚ ਗੁਜ਼ਾਰਾ। ਸ਼ੁਕਰ ਕਰਦੇ ਆ ਰੱਬ ਦਾ ਵੀ ਚਲੋ ਰੋਟੀ ਮਿਲ ਗਈ ਹੈ। ਯਹ ਚਿਤ ਧਰ ਸਿੰਘ ਰਾਤ ਘਰ ਲਿਆਈ, ਇਹ ਤਾਂ ਪਲੋਸ ਕੇ ਨਾ ਵੀ ਆਪਾਂ ਬੱਚੇ ਨੂੰ ਕਿਸੇ ਤਰੀਕੇ ਨਾਲ ਸਿੱਖਾਂ ਤੋਂ ਵੱਖਰਾ ਕਰ ਲਈਏ। ਸੁਖਾ ਸਿੰਘ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਰਾਤ ਨੂੰ ਘਰ ਲੈ ਆਏ। ਉਸ ਸੋ ਚਾਹਤ ਦਗਾ ਕਮਾਈ, ਪਰ ਮਾਤਾ ਪਿਤਾ ਦੇ ਮਨ 'ਚ ਦਗਾ ਕਮਾਉਣ ਦੀ ਗੱਲ ਆ ਗਈ, ਬੇਈਮਾਨੀ ਆ ਗਈ ਮਾਂ ਬਾਪ ਦੇ ਮਨ ਵਿੱਚ। ਭੰਗ ਸ਼ਰਾਬ ਮਿਲਾਏ ਪਿਲਾਈ, ਉਹਨਾਂ ਨੇ ਭੰਗ ਸ਼ਰਾਬ ਮਿਲਾ ਕੇ ਕੋਈ ਚੀਜ਼ ਵਿੱਚ ਪਾ ਕੇ ਨਸ਼ਾ ਗਾੜਾ। ਉਦੋਂ ਇਹੀ ਨਸ਼ਾ ਆਮ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਬੜੇ ਜ਼ਹਿਰ ਮੋਹਰੇ ਚੱਲ ਗਏ ਆ। ਪਹਿਲਾਂ ਸੁੱਖਾ ਹੀ ਹੁੰਦਾ ਸੀ, ਉਹ ਪਿਆ ਕੇ ਨਾ ਜ਼ਿਆਦਾ ਤੇ ਸਵਾ ਦਿੱਤਾ। ਉਸ ਕੋ ਗੁੱਦੋ ਲਿਓ ਕਰਾਈ, ਉਹ ਇੰਨਾ ਜ਼ਿਆਦਾ ਡਾਢਾ ਨਸ਼ਾ ਪਾ ਕੇ ਪਿਆਇਆ ਵੀ ਰਾਤ ਨੂੰ ਸੁੱਖਾ ਸਿੰਘ ਮੁੱਧਾ ਹੋ ਗਿਆ ਮੰਜੇ ਤੇ। ਸੁੱਧ ਬੁੱਧ ਸਭ ਉਸ ਭੁੱਲ ਗਈ, ਇੰਨਾ ਜ਼ਿਆਦਾ ਨਸ਼ਾ ਉਹ ਪਿਆਇਆ ਵੀ ਉਹਨੂੰ ਆਪਣੇ ਆਪ ਦਾ ਸੁੱਧ ਬੁੱਧ ਨਾ ਰਹੀ, ਪਤਾ ਨਾ ਰਿਹਾ ਸੁੱਖਾ ਸਿੰਘ ਨੂੰ। ਸੀਸ ਮੁੰਡਾਇਓ ਸਦ ਕੇ ਨਈ, ਨਾਈ ਨੂੰ ਬੁਲਾ ਕੇ ਸੁੱਤੇ ਪਏ ਦੇ ਕੇਸ ਤੇ ਦਾੜੇ ਕਟਾ ਦਿੱਤੇ। ਗਇਓ ਅਮਲ ਉਸ ਹੋਤੀ ਪ੍ਰਾਤ, ਉਹ ਰਾਤ ਦਾ ਨਸ਼ਾ ਜਿਹੜਾ ਸੀਗਾ ਉਹ ਸਵੇਰੇ ਉਤਰਨਾ ਹੀ ਸੀਗਾ। ਜਦੋਂ ਸੁੱਖਾ ਸਿੰਘ ਦਾ ਨਸ਼ਾ ਉਤਰਿਆ ਉਹਨੇ ਮੂੰਹ ਤੇ ਹੱਥ ਫੇਰਿਆ, ਸਿਰ ਤੇ ਦਾੜੇ ਤੇ ਕੇਸਾਂ ਨੂੰ ਵੇਖਿਆ ਵੀ ਕੇਸ ਕਿੱਥੇ ਚਲੇ ਗਏ। ਫੇਰਿਓ ਉਨ ਨਿਜ ਸਿਰ ਪਰ ਹੱਥ, ਜਦੋਂ ਸਿਰ ਦੇ ਉੱਤੇ ਕੰਘਾ ਕਰਨ ਲੱਗਾ, ਦਸਤਾਰ ਠੀਕ ਕਰਨ ਲੱਗਾ, ਦਸਤਾਰ ਹੈ ਹੀ ਕੋਈ ਨਹੀਂ ਸਿਰ ਦੇ ਉੱਤੇ, ਕੇਸ ਵੀ ਕੋਈ ਨਹੀਂ। ਭਾਈ ਸਾਹਿਬ ਭਾਈ ਸੁੱਖਾ ਸਿੰਘ ਆਪਣੇ ਸਿਰ ਦੇ ਕੇਸਾਂ ਤੋਂ ਬਿਨਾਂ ਜਦੋਂ ਉਹਨੇ ਦੇਖਿਆ ਆਪਣੇ ਆਪ ਨੂੰ, ਮਾਤ ਪਿਤਾ ਕੋ ਜਾਣਿਓ ਪਾਪ, ਉਹ ਸਮਝ ਗਿਆ ਵੀ ਮੇਰੇ ਮਾਂ-ਬਾਪ ਨੇ ਮੇਰੇ ਨਾਲ ਦਗਾ ਕੀਤੀ, ਇਹ ਪਾਪ ਜਿਹੜਾ ਹੋਇਆ ਮੇਰੇ ਨਾਲ, ਧੋਖਾ ਕੀਤਾ, ਮੇਰੇ ਕੇਸ ਕੱਟੇ, ਮਾਤਾ ਪਿਤਾ ਨੇ ਕਟਾਏ, ਇਹ ਮੇਰੇ ਦੁਸ਼ਮਣ ਬਣ ਗਏ। ਹਾਂਜੀ, ਉਨ ਚਿਤ ਧਾਰਿਓ ਕਰਨੋ ਖਾਪ, ਉਹਨਾਂ ਨੇ ਸੋਚਿਆ ਵੀ ਹੁਣ ਭਾਈ ਸੁੱਖਾ ਸਿੰਘ ਸੋਚਦੇ ਵੀ ਇਹਨਾਂ ਨੂੰ ਤੇ ਮਾਰ ਦੇਣਾ ਚਾਹੀਦਾ। ਮਾਤਾ ਪਿਤਾ ਕਾਹਦੇ ਮਾਤਾ ਪਿਤਾ ਤੇ ਮੇਰੇ ਵੈਰੀ ਹੈ, ਜਿਨ੍ਹਾਂ ਨੇ ਮੈਨੂੰ ਸਿੱਖੀ ਵੱਲ ਲਾਉਣਾ ਸੀ ਉਹ ਹੀ ਸਿੱਖੀ ਤੋਂ ਤੋੜ ਰਹੇ ਆ, ਮੇਰੇ ਕੇਸ ਕੱਟ ਦਿੱਤੇ, ਮੇਰੇ ਤਾਂ ਦੁਸ਼ਮਣ ਆ। ਕਿਉਂਕਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ 'ਚ ਸਭ ਤੋਂ ਵੱਡੀ ਗੱਲ ਕੇਸਾਂ ਦੀ ਹੈ। ਕੇਸਾਂ ਤੋਂ ਬਿਨਾਂ ਜੋ ਮਰਜ਼ੀ ਬਣਿਆ ਫਿਰੇ ਬੰਦਾ ਕੁਝ ਵੀ ਨਹੀਂ ਹੈ। ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣੈ, ਗੁਰ ਸਮ ਅਦਬ ਕੇਸ ਕੋ ਠਾਨੈ। ਤੇ ਮੇਰੇ ਕੇਸ ਇਹਨਾਂ ਨੇ ਕੱਟ ਦਿੱਤੇ ਐ। ਮਾਤ ਪਿਤਾ ਕੋ ਜਾਣਿਓ ਪਾਪ, ਇਹ ਮਾਤਾ ਪਿਤਾ ਦਾ ਪਾਪ ਹੈ। ਮਾਤਾ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ। ਹੁਣ ਚਿਤ ਧਾਰਿਓ ਕਰਨੋ ਖਾਪ, ਇਹੋ ਜਿਹਾ ਨੂੰ ਤੇ ਮਾਰ ਦੇਣਾ ਚਾਹੀਦਾ ਮਾਂ ਬਾਪ ਨੂੰ। ਦੋਹਰਾ ਫਿਰ ਸਿੰਘ ਮਨਹਿ ਵਿਚਾਰਿਓ, ਇਨ ਮਾਰਨ ਵੱਡ ਪਾਪ। ਫਿਰ ਦੁਬਾਰਾ ਵਿਚਾਰ ਆਈ ਵੀ ਮਾਂ ਬਾਪ ਨੇ, ਇਹਨਾਂ ਨੇ ਜਨਮ ਦਿੱਤਾ, ਇਹਨਾਂ ਨੂੰ ਮਾਰਾਂਗਾ ਉਹ ਵੀ ਪਾਪ ਲੱਗੇਗਾ, ਫਿਰ ਸਾਰੀ ਉਮਰ ਦੁਖੀ ਰਵਾਂਗਾ ਵੀ ਮਾਂ ਬਾਪ ਦਾ ਕਤਲ ਕਰ ਦਿੱਤਾ, ਇਹਨਾਂ ਨੂੰ ਮਾਰਨਾ ਤਾਂ ਪਾਪ ਹੈ। ਦੌੜ ਕੂਪ ਮੈਂ ਜਾ ਪੜਾ, ਮਰਨ ਧਾਰ ਚਿਤ ਆਪ ਹੀ ਮਰ ਜਾਵਾਂ, ਇਹਨਾਂ ਨੂੰ ਨਹੀਂ ਮਾਰਦਾ। ਸੁੱਖਾ ਸਿੰਘ ਸੋਚਦਾ ਮੈਂ ਆਪ ਹੀ ਮਰ ਜਾ। ਦੌੜਿਆ ਸੁੱਖਾ ਸਿੰਘ ਘਰੋਂ, ਉੱਠ ਕੇ ਜਾ ਕੇ ਖੂਹ 'ਚ ਛਾਲ ਮਾਰ ਦਿੱਤੀ। ਜਾਓ ਪਈ ਤਬ ਲੋਕਣ ਨੇ ਲੱਜ ਫਰਾਹੀ, ਜਦੋਂ ਖੂਹ 'ਚ ਡਿੱਗਾ ਰੌਲਾ ਪੈ ਗਿਆ ਵੀ ਤਖਾਣਾ ਦਾ ਮੁੰਡਾ ਖੂਹ 'ਚ ਡਿੱਗ ਪਿਆ। ਲੋਕ ਭੱਜੇ ਆਏ, ਲੱਜਾਂ ਰੱਸੀਆਂ ਖੂਹ 'ਚ ਸੁੱਟੀਆਂ ਵੀ ਇਹਨੂੰ ਬਚਾ ਲਈਏ। ਚਾਹੇ ਮਰਿਓ ਵਹਿ ਫੜਿਓ ਸੋ ਨਾਹੀ, ਉੱਤੋਂ ਰੌਲਾ ਪਾਉਂਦੇ ਓਏ ਰੱਸੀ ਫੜ ਸੁੱਖਾ ਸਿੰਘ, ਰੱਸੀ ਫੜ, ਲੱਜ ਫੜ। ਉਹ ਕਹਿੰਦਾ ਮੈਂ ਨਹੀਂ ਫੜਨਾ, ਮੈਂ ਤੇ ਮਰਨਾ। ਉਹ ਮਰਨਾ ਚਾਹੁੰਦਾ, ਲੋਕ ਉਹਨੂੰ ਉੱਤੋਂ ਰੱਸੇ ਸੁੱਕ ਕੇ ਬਚਾਉਣਾ ਚਾਹੁੰਦੇ। ਹਾਂਜੀ, ਉਲਟ ਪਲਟ ਹੋਏ ਡੁੱਬਿਓ ਚਾਹੇ, ਉਸ ਵੇਲੇ ਉਲਟ ਪਲਟ ਉਹ ਤਾਂ ਡੁੱਬਣਾ ਚਾਹੁੰਦਾ, ਗੋਤੇ ਮਾਰ ਕੇ ਉਲਟ ਪੁਲਟ ਹੋ ਕੇ ਪਾਣੀ ਦੇ ਵਿੱਚ। ਨੀਰ ਨਾ ਡੋਬੈ ਉੱਪਰ ਬਹਿ, ਪਰ ਜਿਸ ਨੂੰ ਪਰਮੇਸ਼ਰ ਨੇ ਬਚਾਉਣਾ ਹੋਵੇ ਨਾ ਉਹਨੂੰ ਕੋਈ ਨਹੀਂ ਮਾਰ ਸਕਦਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੀ। ਖੇਡ ਦਾ ਅਕਾਲ ਪੁਰਖ ਦੀ ਵਰਤਦੀ ਹੈ, ਮਾਰਨਾ ਰੱਖਣਾ ਉਹਦੇ ਹੱਥ ਹੈ।
ਉਹ ਮਰਨਾ ਚਾਹੁੰਦਾ ਤਾਂ ਵੀ ਨਹੀਂ ਮਰ ਰਿਹਾ, ਪਾਣੀ ਉਹਨੂੰ ਉੱਪਰ ਸੁੱਟਦਾ ਚੁੱਕ ਚੁੱਕ ਕੇ। ਤਬ ਉਸ ਭਾਈ ਖੂਹ ਮਦ ਬੜਾ, ਉਹਦਾ ਭਰਾ ਖੂਹ 'ਚ ਵੜਿਆ ਛਾਲ ਮਾਰ ਕੇ ਵੀ ਭਰਾ ਨੂੰ ਬਚਾ ਲਵਾਂ। ਫੜੀ ਲੱਜ ਪੁਨ ਵਹਿ ਭੀ ਫੜਾ, ਉਹਨੇ ਜਾ ਕੇ ਲੱਜ ਫੜ ਕੇ ਉਹਨੂੰ ਫੜਿਆ ਸੁੱਖਾ ਸਿੰਘ ਨੂੰ। ਤਉ ਲਓ ਏਕ ਸਿੰਘ ਤਹ ਆਈ, ਪਰ ਉਹ ਭਾਈ ਉਹਨੂੰ ਉੱਪਰ ਖਿੱਚੇ ਤੇ ਉਹ ਕਵੇ ਮੈਂ ਨਹੀਂ, ਮੈਂ ਤੇ ਮਰਨਾ ਹੀ ਮਰਨਾ, ਮੇਰਾ ਤੇ ਤੁਸੀਂ ਧਰਮ ਭ੍ਰਿਸ਼ਟ ਕਰਤਾ, ਮੇਰੇ ਕੇਸ ਕੱਟਤੇ, ਮੈਂ ਨਹੀਂ ਹੁਣ ਜੀਣਾ। ਭਰਾ ਉਹਨੂੰ ਕਵੇ ਵੀ ਤੂੰ ਬਾਹਰ ਆ ਜਾ, ਤੇ ਉਹ ਮੰਨੇ ਕੋਈ ਨਾ। ਬਾਹਰ ਖੂਹ ਦੀ ਮਣ ਦੇ ਉੱਤੇ ਲੋਕ ਖੜੇ ਰੌਲਾ ਪਾ ਰਹੇ, ਉਹ ਆ ਜਾ ਸੁੱਖਾ ਸਿੰਘ ਬਾਹਰ ਆ ਜਾ, ਬਾਹਰ ਆ ਜਾ। ਸੁੱਖਾ ਸਿੰਘ ਕਹਿੰਦਾ ਮੈਂ ਤਾਂ ਡੁੱਬ ਕੇ ਮਰਨਾ ਹੀ ਮਰਨਾ। ਇਤਨੇ ਨੂੰ ਇੱਕ ਸਿੰਘ ਆ ਗਿਆ, ਗੁਰੂ ਕਾ ਪਿਆਰਾ, ਉਹਨੇ ਆਖ ਕਰ ਇਮ ਸਮਝਾਈ। ਉਹ ਸਿਆਣੇ ਸਿੰਘ ਨੇ ਆਵਾਜ਼ ਮਾਰੀ, ਸੁੱਖਾ ਸਿੰਘ ਨੂੰ ਸਮਝਾਇਆ, ਇੰਜ ਆਖਿਆ ਮਰਨੋ ਹੈ ਮਰ ਤੁਰਕਨ ਸਿਰ ਚਰ। ਸੁੱਖਾ ਸਿੰਘ ਮਰਨਾ ਹੀ ਹੈ ਨਾ, ਖੂਹ 'ਚ ਮਾਰ ਛਾਲ ਮਾਰ ਕੇ ਕਿਉਂ ਮਰਦਾ? ਜੇ ਮਰਨਾ ਤੇ ਤੁਰਕਾਂ ਦੇ ਸਿਰ ਚੜ ਕੇ ਮਰ ਤਾਂ ਜਾਣਾ ਹੀ ਆ। ਇੱਥੇ ਮਰਨ ਨਾਲੋਂ ਕਿਸੇ ਤੁਰਕ ਦੇ ਨਾਲ ਜੰਗ ਕਰਕੇ ਮਰ, ਕਿਸੇ ਦੁਸ਼ਮਣ ਨੂੰ ਮਾਰ ਕੇ ਮਰ। ਕੋਈ ਇੱਕ ਦੋ ਤੇ ਗਾਲੇਗਾ ਦੁਸ਼ਮਣ ਦੇ ਬੰਦੇ, ਤੂੰ ਬਾਹਰ ਨਿਕਲ। ਹਾਂਜੀ। ਔਰ ਮੌਤ ਕਿਉਂ ਮਰੈ ਬਿਅਰਥ ਕਰ। ਇਹ ਆਤਮ ਹੱਤਿਆ ਕਿਉਂ ਕਰਦਾ, ਬਿਅਰਥ ਮੌਤ ਕਿਉਂ ਮਰਦਾ? ਸੂਰਮੇ ਦਾ ਕੰਮ ਥੋੜਾ ਐਵੇਂ ਖੂਹ ਛਾਲ ਮਾਰ ਕੇ ਮਰ ਜਾਣਾ। ਆਤਮ ਘਾਤੀ ਹੈ ਜਗਤ ਕਸਾਈ। ਮਹਾਰਾਜ ਬਾਣੀ ਕਹਿੰਦੀ ਜਿਹੜਾ ਆਤਮ ਘਾਤ ਕਰਦਾ ਜਗਤ ਕਸਾਈ ਆ ਉਹ। ਜਿਨ ਤੁਰਕਨ ਗੁਰ ਸਾਡੇ ਅਕਾਈ। ਉਹ ਸਿੰਘ ਸਿਆਣਾ ਸੀ, ਕਹਿੰਦਾ ਸੁੱਖਾ ਸਿਆਂ ਜਿਨ੍ਹਾਂ ਨੇ ਸਾਡੇ ਗੁਰੂ ਤੱਤੀਆਂ ਤਵੀਆਂ ਦੇ ਭਾਏ ਨੇ, ਜਿਨ੍ਹਾਂ ਨੇ ਸਾਡੇ ਗੁਰੂਆਂ ਦੇ ਬੱਚੇ ਨਹੀਂ ਚਿਣੇ ਨੇ, ਉਹਨਾਂ ਨੂੰ ਮਾਰ ਕੇ ਮਰੀਏ ਆਪਾਂ। ਹਿੰਦੂਨ ਕੋ ਚਾਹੇ ਤੁਰਕ ਬਣਾਏ। ਜਿਹੜੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੇ ਲੱਗੇ ਹੋਏ ਨੇ, ਉਹਨਾਂ ਜ਼ਾਲਮਾਂ ਨਾਲ ਟੱਕਰ ਲਈਏ। ਹੈ ਤੁਰਕਨ ਲੜ ਮਰਨੋ ਭਲੋ। ਇਹਨਾਂ ਜ਼ਾਲਮਾਂ ਨਾਲ ਲੜ ਕੇ ਮਰਨਾ ਭਲਾ ਹੈ। ਨਿਕਲ ਕੁਏ ਸੋ ਸਿੰਘਨ ਰਲੋ। ਇੱਥੋਂ ਨਿਕਲ ਖੂਹ ਚੋਂ, ਇੱਥੇ ਨਹੀਂ ਮਰਨਾ। ਮਰਾਂਗੇ ਕਿਤੇ ਸਮਾਂ ਆਏਗਾ ਸ਼ਹੀਦੀ ਪਾਵੀਂ ਤਗੜਾ ਹੋ ਕੇ, ਲੜ ਕੇ ਮਰੀ। ਤੁਰਕਾਂ ਨਾਲ ਲੜ ਕੇ ਮਰੀ, ਕਿਤੇ ਜ਼ਾਲਮਾਂ ਨਾਲ ਸਿੰਘਾਂ 'ਚ ਰਲ ਜਾ ਕੇ। ਮਾਰ ਤੁਰਕਨ ਕੋ ਹੋਵੋ ਸ਼ਹੀਦ। ਤੁਰਕਾਂ ਨੂੰ ਮਾਰ ਕੇ ਸ਼ਹੀਦ ਹੋ ਜਾ। ਹਮਰੀ ਤੁਮ ਕੋ ਯਹੀ ਤਕੀਦ। ਮੇਰੀ ਤਾਂ ਤੈਨੂੰ ਇਹੀ ਸਲਾਹ ਹੈ, ਮਰਨਾ ਤਾਂ ਹੈ ਹੀ ਹੈ, ਤੂੰ ਹੁਣ ਮਰਨ ਲੱਗਾ। 2-4 ਦਿਨ ਹੋਰ ਜੀ ਕੇ ਮਰ ਜਾ, ਕਿਸੇ ਦੁਸ਼ਮਣ ਦੇ ਸਿਰ ਚੜ ਕੇ ਮਰ ਜਾ। ਦੋਹਰਾ ਤਬ ਸੁੱਖਾ ਸਿੰਘ ਮੰਨ ਲਈ, ਨਿਕਸਿਓ ਇਮ ਚਿਤ ਧਾਰ। ਸੁੱਖਾ ਸਿੰਘ ਨੇ ਗੱਲ ਮੰਨ ਲਈ ਤੇ ਆਪਣੇ ਭਰਾ ਦੇ ਨਾਲ ਰੱਸਾ ਫੜ ਕੇ ਖੂਹ ਤੋਂ ਬਾਹਰ ਆ ਗਿਆ। ਇਨੈ ਸਿੰਘ ਸਾਚੀ ਕਹੀ, ਅਬ ਮਰੀਏ ਤੁਰਕਨ ਮਾਰ। ਉਦੋਂ ਸੁੱਖਾ ਸਿੰਘ ਦੀ ਉਮਰ ਸਾਰੀ 13-14 ਸਾਲ ਦੀ ਸੀ, ਜਵਾਨੀ ਚੜ ਰਿਹਾ ਸੀ, ਅਜੇ ਮਾੜੀ ਮਾੜੀ ਮੁੱਛ ਦਾੜੀ ਫੁੱਟਦੀ ਸੀ ਤੇ ਕੇਸ ਸਿਰ ਤੋਂ ਮੁੰਨੇ ਹੋਏ ਬਾਹਰ ਨਿਕਲਿਆ, ਬੜਾ ਦੁਖੀ। ਉਹਨੇ ਸੋਚਿਆ ਵੀ ਹੁਣ ਮੈਂ ਇਹਨਾਂ ਘਰ ਵਾਲਿਆਂ ਕੋਲ ਤਾਂ ਰਹਿਣਾ ਨਹੀਂ, ਰਹਿਣਾ ਤਾਂ ਪੰਥ ਖਾਲਸੇ ਜੀ ਹੈ ਤੇ ਦੁਸ਼ਮਣਾਂ ਨਾਲ ਲੜ ਕੇ ਸ਼ਹੀਦੀ ਪਾਣੀ ਹੈ। ਚਾਓ ਪਈ ਔਰ ਚਿੱਤ ਉਸ ਦ੍ਰਿੜਤਾ ਆਈ। ਉਸ ਨੌਜਵਾਨ ਦੇ ਮਨ 'ਚ ਹੋਰ ਦ੍ਰਿੜਤਾ ਪੱਕੀ ਹੋ ਗਈ ਸਿੱਖੀ ਦੀ। ਮਰੈ ਨਹੀਂ ਬਿਨ ਮੌਤੈ ਆਈ। ਇਹ ਵੀ ਪਤਾ ਲੱਗ ਗਿਆ ਵੀ ਜਿੰਨਾ ਚਿਰ ਬੰਦੇ ਦੀ ਮੌਤ ਨਹੀਂ ਨਾ ਆਉਂਦੀ ਉਹਨਾਂ ਚਿਰ ਮਰਦਾ ਨਹੀਂ ਉਹ। ਭਾਵੇਂ ਜਿੱਡਾ ਮਰਜ਼ੀ ਜੰਗ ਲੱਗਾ ਹੋਵੇ, ਜਿੰਨੇ ਮਰਜ਼ੀ ਗੋਲੇ ਚੱਲਦੇ ਹੋਣ, ਜਿੰਨੀਆਂ ਮਰਜ਼ੀ ਤੀਰਾਂ ਤਲਵਾਰਾਂ ਦੀ ਬਰਖਾ ਹੁੰਦੀ ਹੈ, ਜੇ ਮੌਤ ਨਹੀਂ ਆਈ ਫੇਰ ਨਹੀਂ ਬੰਦਾ ਮਰਦਾ। ਇਹ ਉਹਨੂੰ ਵਿਸ਼ਵਾਸ ਹੋ ਗਿਆ ਵੀ ਜੇ ਮੈਂ ਖੂਹ 'ਚ ਡਿੱਗ ਕੇ ਨਹੀਂ ਮਰਿਆ, ਮੌਤ ਦੇ ਮੂੰਹ 'ਚ ਜਾ ਕੇ ਬਚ ਕੇ ਆ ਗਿਆ, ਇਹਦਾ ਮਤਲਬ ਹੈ ਵੀ ਬਿਨ ਆਈ ਮੌਤ ਨਹੀਂ ਕੋਈ ਮਰਦਾ। ਉਹ ਪੜੇ ਭੀ ਮਰੇ ਹਮ ਨਾਹੀ। ਇਹ ਖੂਹ 'ਚ ਪੈ ਕੇ ਵੀ ਮੈਂ ਮਰਿਆ ਨਹੀਂ ਤੇ ਹੋਰ ਫਿਰ ਮੈਨੂੰ ਕੌਣ ਮਾਰ ਸਕਦਾ? ਜਿੰਨਾ ਚਿਰ ਮੇਰੀ ਆਈ ਨਹੀਂ ਉਹਨਾਂ ਚਿਰ ਮੈਂ ਨਹੀਂ ਮਰਦਾ। ਰਹੇ ਮਰਨ ਕੋ ਬਹੁ ਚਿਤ ਚਾਹੇ। ਜਿੰਨਾ ਮੈਂ ਚਾਹੁੰਦਾ ਸੀ ਮਰਨਾ ਪਰ ਨਹੀਂ ਮਰ ਸਕਿਆ। ਤਬ ਸੁੱਖਾ ਸਿੰਘ ਯਉ ਮਨ ਧਾਰਿਓ। ਇਹ ਤਾਂ ਫਿਰ ਸੁੱਖਾ ਸਿੰਘ ਨੂੰ ਹੋਰ ਵਿਸ਼ਵਾਸ ਹੋ ਗਿਆ, ਮੌਤ ਦਾ ਡਰ ਹੀ ਲੈ ਗਿਆ। ਸੂਰਬੀਰ ਬਣਨ ਵਾਸਤੇ, ਪੰਥ ਖਾਲਸੇ ਦਾ ਸਿਪਾਹੀ ਬਣਨ ਵਾਸਤੇ ਦਿੱਕਤ ਇੱਕੋ ਹੀ ਆਉਂਦੀ, ਮੌਤ ਦਾ ਡਰ। ਉਹ ਦੂਰ ਹੋ ਗਿਆ ਤੇ ਹੁਣ ਉਹ ਬੇਪਰਵਾਹ ਹੋ ਗਿਆ। ਹਾਂਜੀ। ਨਹ ਤੁਰਕਨ ਕੋ ਮਿਟੋ ਲਲਕਾਰਿਓ। ਹੁਣ ਤੁਰਕਾਂ ਨੂੰ ਲਲਕਾਰੇ ਬਿਨਾਂ ਹਟਣ ਵਾਲਾ ਨਹੀਂ ਸੀ, ਇਹੋ ਜਿਹਾ ਬਹਾਦਰ ਬਣ ਗਿਆ ਉਹ। ਇੱਕ ਸ਼ਸਤਰ ਜਾਊਂਗੋ ਲਾਏ। ਉਹ ਕਹਿੰਦਾ ਜਾਂਦਿਆਂ ਇੱਕ ਤਾਂ ਵੱਢ ਕੇ ਜਾਵਾਂਗਾ ਮੈਂ, ਤਉ ਫਿਰ ਜਾਊਂ ਦਾਉ ਬਚਾਏ। ਫਿਰ ਉਹਨੇ ਸੋਚਿਆ ਵੀ ਹੁਣ ਮੈਂ ਕਿਸੇ ਤਰੀਕੇ ਨਾਲ ਪਿੰਡੋਂ ਨਿਕਲਾਂਗਾ। ਦੋਹਰਾ ਉਸੈ ਪਿੰਡ ਕੇ ਪੈਂਚ ਪੈ, ਘੋੜੀ ਥੀ ਇੱਕ ਚੰਗ। ਉਹ ਜਿਹੜਾ ਪਿੰਡ ਦਾ ਚੌਧਰੀ ਸੀ ਨਾ, ਕੋਈ ਪਿੰਡ ਦਾ ਕੋਈ ਪੰਚ ਸੀਗਾ, ਪੈਂਚ ਕਹਿ ਦਿੰਦੇ ਆਪਾਂ, ਸਰਪੰਚ ਕਹਿ ਦਿੰਦੇ ਆ, ਉਹ ਪਿੰਡ ਦਾ ਕੋਈ ਸਰਪੰਚ ਸੀਗੀ, ਉਹਦੀ ਘੋੜੀ ਬੜੀ ਚੰਗੀ ਸੀ। ਪਾਣੀ ਪਿਲਾਵਨ ਭੇਤ ਸੋ ਲੈ, ਜਾਏ ਰਲਿਓ ਨਿਸੰਗ। ਉਹਦਾ ਨੌਕਰ ਉਹਨੂੰ ਪਾਣੀ ਪਿਲਾਉਣ ਲਈ ਨਾ ਛੱਪੜ ਤੇ ਲਿਆਉਂਦਾ ਹੁੰਦਾ ਸੀ ਰੋਜ਼ ਘੋੜੀ ਨੂੰ ਪਾਣੀ। ਉਦੋਂ ਖੂਹਾਂ ਜਾਂ ਛੱਪੜਾਂ ਦੇ ਪਾਣੀ ਮਿਲਦਾ ਸੀ, ਘਰਾਂ 'ਚ ਟੂਟੀਆਂ ਤੇ ਹੁੰਦੀਆਂ ਨਹੀਂ ਸੀ। ਜੇ ਕੋਈ ਡੰਗਰਾਂ ਨੂੰ ਪਾਣੀ ਪਿਆਣਾ ਤੇ ਖੋਹ ਕੇ ਪਹਿਲਾਂ ਛੱਪੜ ਤੇ ਲੈ ਜਾਣਾ, ਉੱਥੋਂ ਪਾਣੀ। ਅਜੇ ਤੱਕ ਚੱਲਿਆ ਪੰਜਾਬ 'ਚ, ਕਈ ਪਿੰਡਾਂ 'ਚ ਸ਼ਾਇਦ ਅਜੇ ਵੀ ਹੈ। ਘਰਾਂ 'ਚ ਪਾਣੀ ਬਹੁਤ ਘੱਟ ਹੀ ਹੁੰਦਾ ਸੀਗਾ। ਜੇ ਬੀਬੀਆਂ ਨੇ ਪਾਣੀ ਪੀਣ ਵਾਸਤੇ ਤੇ ਉਹ ਘੜੇ ਭਰ ਕੇ ਲਿਆ ਕੇ 5-5 4-4 ਮਟਕੇ ਭਰ ਕੇ ਰੱਖਣੇ, ਤੇ ਜੇ ਕੱਪੜੇ ਧੋਣੇ ਤੇ ਖੂਹ ਦੇ 'ਚ ਬੱਚਾ ਬਣਿਆ ਹੁੰਦਾ ਸੀ, ਉਹ ਪਾਣੀ ਨਾਲ ਭਰ ਲੈਣਾ, ਖੇਸ ਮੋਗਰੀਆਂ ਨਾਲ ਕੁੱਟ-ਕੁੱਟ ਕੇ ਧੋਣੇ। ਇਦਾਂ ਦਾ ਰਿਵਾਜ ਹੁੰਦਾ ਸੀਗਾ ਭਾਰਤ ਵਿੱਚ, ਪੰਜਾਬ ਵਿੱਚ। ਇਹ ਤਾਂ ਹੁਣ 25-30 ਸਾਲ ਹੋਏ, ਸਹੂਲਤਾਂ ਹੋਈਆਂ ਥੋੜ੍ਹੀਆਂ।
ਸੋ ਪਾਣੀ ਪਿਆਉਣ ਲਈ ਘੋੜੀਆਂ ਨੂੰ ਆਮ ਤੌਰ ਤੇ ਛੱਪੜਾਂ ਤੇ ਆਉਂਦੇ ਸੀ ਲੋਕ। ਉਹ ਨੌਕਰ ਜਿਹੜਾ ਸੀ ਨਾ ਸਰਪੰਚ ਦਾ, ਘੋੜੀ ਲੈ ਕੇ ਛੱਪੜ ਤੇ ਆ ਗਿਆ। ਚਾਉ ਪਈ ਜਾ ਕਰ ਪੰਥ ਖਾਲਸੇ ਰਲਿਓ। ਉਹ ਜਦੋਂ ਪਾਣੀ ਪਿਆਉਣ ਲੱਗਾ, ਉਹਦੇ ਹੱਥੋਂ ਖੋਹ ਕੇ ਨਾ ਘੋੜੀ ਦੀ ਲਗਾਮ ਤੇ ਮਾਰੀ ਛਾਲ। ਪਲਾਕੀ ਸਵਾਰ ਤਾਂ ਬੜਾ ਤਗੜਾ ਸੀਗਾ, ਘੋੜੀ ਨੂੰ ਅੱਡੀ ਲਾਈ। ਘੋੜੀ ਚੰਗੀ ਸੀ, ਉਹ ਮਾੜੀ ਕੰਬੀ ਕੋ ਐਸਾ ਘੋੜੀ ਦੌੜਾਈ ਜਿੱਥੇ ਖਾਲਸੇ ਦਾ ਦਲ ਠਹਿਰਿਆ ਹੋਇਆ ਸੀ ਨਾ, ਉੱਥੇ ਜਾ ਰਲਿਆ। ਪੁੱਛ ਡੇਰੇ ਸ਼ਿਆਮ ਸਿੰਘ ਕੇ ਵੜਿਓ। ਬਾਬਾ ਸ਼ਾਮ ਸਿੰਘ ਜੀ ਬੁੱਢੇ ਦਲ ਵਾਲੇ ਜਿਹੜੇ ਹੋਏ ਆ ਨਾਰਲੇ ਪਿੰਡ ਦੇ, ਉਹ ਲਾਗੇ ਸੀ ਨਾ, ਉਸ ਇਲਾਕੇ ਦੇ ਸੀਗੇ, ਉਹਨਾਂ ਨਾਲ ਪਹਿਲਾਂ ਵੀ ਥੋੜੀ ਵਾਕਫੀ ਸੀਗੀ। ਉਹਨਾਂ ਦੇ ਡੇਰੇ 'ਚ ਜਾ ਰਲਿਆ। ਪਾਹੁਲ ਸ਼ਿਆਮ ਸਿੰਘ ਤੇ ਲਈ ਦੁਬਾਰਾ ਫੇਰ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਕੋਲ। ਬਾਬਾ ਸ਼ਾਮ ਸਿੰਘ ਜੀ ਆਪਣੇ ਹੱਥੀ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ ਕਰਦੇ ਸੀ। ਉਹਨਾਂ ਦੇ ਹੱਥੋਂ ਅੰਮ੍ਰਿਤ ਛਕ ਕੇ ਸੁੱਖਾ ਸਿੰਘ ਫੇਰ ਸਿੰਘ ਸੱਜ ਗਿਆ। ਪੁੱਤਰਨ ਜਿਮ ਉਸ ਪ੍ਰੀਤ ਉਪਜਾਈ। ਪੁੱਤਰਾਂ ਦੀ ਤਰ੍ਹਾਂ ਪਾਲਿਆ ਉਸਨੇ, ਪੁੱਤਰ ਬਣਾ ਲਿਆ, ਮੇਰਾ ਪੁੱਤਰ ਹੈ ਤੂੰ। ਸ਼ਾਮ ਸਿੰਘ ਜਰਨੈਲ ਨੇ ਇਸ ਨੌਜਵਾਨ ਨੂੰ ਪੁੱਤਰਾਂ ਤਰ੍ਹਾਂ ਪਾਲਿਆ। ਫਿਰ ਤਾਉ ਸੁੱਖੇ ਸਿੰਘ ਯਾਉ ਦਿਲ ਆਈ। ਫਿਰ ਸੁੱਖਾ ਸਿੰਘ ਦੇ ਮਨ 'ਚ ਇੱਕ ਦਿਨ ਖਿਆਲ ਆਇਆ, ਘੋੜੀ ਕੋ ਮੁੱਲ ਦਈਏ ਕਲਾਈ। ਤੇ ਅਕਸਰ ਘੋੜੀ ਹੈ ਤਾਂ ਪਿੰਡ ਦੇ ਸਰਪੰਚ ਦੀ ਹੈ, ਮੈਂ ਲੈ ਆਇਆ। ਪਿੰਡ ਦੇ ਭਾਈਚਾਰੇ ਨਾਲ ਨਹੀਂ ਧਗਧਗਾ ਕਰਨਾ ਚਾਹੀਦਾ। ਘੋੜੀ ਤੇ ਜਦ ਮੈਂ ਲੈ ਆਇਆ ਤੇ ਇਹਦਾ ਮੁੱਲ ਤਾਂ ਤਾਰ ਦਈਏ, ਪਿੰਡ ਦਾ ਬੰਦਾ, ਨਾਲੇ ਉਹਦੇ ਨਾਲ ਕਿਹੜੀ ਸਾਡੀ ਦੁਸ਼ਮਣੀ ਹੈ। ਫਿਰ ਵੀ ਪਿੰਡ ਦੇ ਵਿੱਚ ਉਹਦਾ ਆਣ ਜਾਣ ਮੂੰਹ ਮੁਹਾਂਦਰਾ ਮਿਲਦਾ। ਇਸ ਕਰਕੇ ਸੁੱਖਾ ਸਿੰਘ ਦੇ ਮਨ 'ਚ ਆਇਆ ਵੀ ਘੋੜੀ ਦਾ ਮੁੱਲ ਭੇਜ ਦਈਏ ਉਸ ਨੂੰ। ਯੋ ਸਿੰਘ ਤੁਰਿਓ ਲਾਹੌਰੈ ਰਾਹੇ। ਏਦਾਂ ਇਹ ਸੁੱਖਾ ਸਿੰਘ ਕੱਲਾ ਹੀ ਲਾਹੌਰ ਦੇ ਰਾਹ ਪੈ ਗਿਆ। ਲਿਓ ਭੇਖ ਤਿੰਨ ਜੱਟ ਬਣਾਏ। ਉਸ ਕਿਉਂਕਿ ਕੇਸ ਤਾਂ ਛੋਟੇ ਛੋਟੇ ਸੀਗੇ ਨਾ, ਇਹਨੇ ਸਾਦਾ ਜਿਹਾ ਉਹ ਪਟੇ ਕਰਕੇ ਨਾ ਪਿਛਾਂ ਨੂੰ ਜੱਟਾਂ ਵਾਲਾ ਭੇਸ ਬਣਾ ਕੇ ਸਾਦਾ ਜਿਹਾ। ਕੇਸ ਸੀਸ ਤਬ ਥੇ ਉਸ ਥੋੜੇ। ਕਿਉਂਕਿ ਉਹਦੇ ਨਵੇਂ ਨਵੇਂ ਉਹ ਕੇਸ ਰੱਖੇ ਸੀਗੇ, ਥੋੜੇ ਥੋੜੇ ਜਿਵੇਂ ਉਹ ਕੇਸ ਵਧੇ ਸੀ, ਜਿਵੇਂ ਪਟੇ ਜਿਹੇ ਹੁੰਦੇ ਆ, ਉਦਾਂ ਦੇ ਬਣਾ ਕੇ ਸਿਰ ਦੇ ਉੱਤੇ ਤੇ ਜਟਕਾ ਬਣਾ ਕੇ ਬਾਣਾ। ਜਾਏ ਵੜਿਓ ਇਮ ਮੱਧ ਲਾਹੌਰੇ। ਲਾਹੌਰ ਜਾ ਵੜਿਆ। ਲਾਹੌਰ ਜਾ ਵੜਿਆ ਤੇ ਲਾਹੌਰ ਦੇ ਬਾਜ਼ਾਰ 'ਚ ਉਹਨੇ ਤਾਕ ਰੱਖੀ ਵੀ ਖਜ਼ਾਨਾ ਸਰਕਾਰੀ ਕਿੱਧਰ ਹੈ। ਸੋ ਜਾ ਵੜਿਓ ਸਰਾਫੀ ਬਾਜ਼ਾਰ। ਸਰਾਫਾ ਬਾਜ਼ਾਰ ਲਾਹੌਰ, ਉੱਥੇ ਸਰਾਫਾਂ ਦਾ ਬੜਾ ਕੰਮ, ਚਾਂਦੀ ਸੋਨੇ ਦਾ, ਸੋਨੇ ਦੀਆਂ ਮੋਹਰਾਂ ਦਾ ਕੰਮ ਚੱਲਦਾ। ਸਰਾਫ ਲੋਕ ਬੜੇ ਬੜੇ ਅਮੀਰ ਉੱਥੇ ਬੈਠੇ ਨੇ। ਫਿਰਤ ਮੋਹਰਨ ਧਰ ਕੰਦਾ ਭਾਰ। ਮੋਹਰਾਂ ਦਾ ਭਾਰ ਲੈ ਕੇ ਲੋਕ ਇੱਧਰ ਉੱਧਰ ਨੌਕਰ ਚਾਕਰ ਸਮਾਨ ਦੁਕਾਨਾਂ ਦੇ ਇੱਕ ਦੂਜੀ ਦੇ ਕਰਦੇ ਨਾ ਆਦਾਨ ਪ੍ਰਦਾਨ, ਉਹ ਫਿਰਦੇ ਸੀ ਬਾਜ਼ਾਰ ਦੇ ਵਿੱਚ। ਇੱਕ ਥੈਲੀ ਸਿੰਘ ਦ੍ਰਿਸ਼ਟੇ ਆਈ। ਇੱਕ ਥੈਲੀ ਮੋਹਰਾਂ ਦੀ ਸੁੱਖਾ ਸਿੰਘ ਦੀ ਨਜ਼ਰੀ ਪੈ ਗਈ। ਫੜ ਕੰਧਿਓ ਸਿੰਘ ਲੜ ਮੈਂ ਪਾਈ। ਉਹ ਇੱਕ ਬੰਦੇ ਦੇ ਮੋਢਿਓਂ ਫੜ ਕੇ ਨਾ ਝਪਟ ਮਾਰ ਕੇ ਥੈਲੀ ਸੋਨੇ ਦੀਆਂ ਮੋਹਰਾਂ ਦੀ ਤੇ ਆਪਣੇ ਥੈਲੇ 'ਚ ਪਾ ਲਈ। ਛੇੜ ਘੋੜੀ ਦਰਵਾਜ਼ਿਓਂ ਲੰਘ। ਤੇ ਘੋੜੀ ਛੇੜੀ ਪਤਾ ਨਹੀਂ ਲੱਗਣ ਦਿੱਤਾ, ਫਟਾਫਟ ਦਰਵਾਜ਼ਾ ਲਾਹੌਰ ਦਾ ਲੰਘ ਕੇ ਸ਼ਹਿਰ ਦੇ ਵਿੱਚੋਂ ਲੁੱਟ ਕੇ ਲੈ ਆਇਆ। ਕਰੀ ਨਾ ਤਿੰਨ ਕਛ ਮਰਨੋਂ ਸੰਗ। ਮੌਤ ਦੀ ਪਰਵਾਹ ਨਹੀਂ ਕੀਤੀ। ਕਿਹੋ ਜਿਹੇ ਸਿੰਘ ਸਨ, ਮੌਤ ਦਾ ਹੀ ਮੂੰਹ ਸੀਗਾ। ਲਾਹੌਰ ਦੇ ਵਿੱਚ ਜ਼ਕਰੀਆ ਖਾਨ ਦਾ ਰਾਜ ਹੋਵੇ, ਉਹਦੇ ਸ਼ਹਿਰ ਵਿੱਚੋਂ ਸਰਾਫਾ ਬਾਜ਼ਾਰ ਵਿੱਚੋਂ ਸੋਨੇ ਦੀਆਂ ਮੋਹਰਾਂ ਲੈ ਕੇ ਆ ਗਿਆ ਤੇ ਡਰਿਆ ਨਹੀਂ ਸੂਰਮਾ। ਦੋਹਰਾ ਘੜੀ ਦੋ ਇੱਕ ਦਿਨ ਰਹਿਤ ਥੋ। ਸਿੰਘ ਭਇਓ ਪਾਉਣ ਕੇ ਭੇਸ। ਸ਼ਾਮ ਦਾ ਟਾਈਮ ਸੀ, ਹਨੇਰਾ ਜਿਹਾ ਪੈਣ ਵਾਲਾ ਸੀ, ਰਹਿ ਰਾਸ ਦਾ ਕੋਈ ਜਿਵੇਂ ਘੜੀ ਦਾ ਦਿਨ ਰਹਿੰਦਾ ਸੀ। ਸਿੰਘ ਭਇਓ ਪਵਨ ਕੇ ਭੇਸ। ਸਿੰਘ ਜੀ ਬਾਬਾ ਸੁੱਖਾ ਸਿੰਘ ਜੀ ਹਵਾ ਦਾ ਰੂਪ ਹੋ ਗਏ। ਗਇਓ ਗਇਓ ਕਹਤੇ ਰਹੇ ਸਿੰਘ ਮੁਖ ਕੀਓ ਨਿਜ ਦੇਸ। ਗਇਓ ਗਇਓ ਕਹਿੰਦੇ ਰਹਿ ਗਏ। ਉਹ ਫੜੋ 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 ਫੜੋ। ਬਾਜ਼ਾਰ ਦੇ ਵਿੱਚ ਰੌਲਾ ਤਾਂ ਪੈ ਹੀ ਗਿਆ ਨਾ, ਜਦੋਂ ਅਗਲੇ ਦੇ ਮੋਢੇ ਤੋਂ ਲਾਈ ਉਹਨੇ ਵੀ ਰੌਲਾ ਪਾਇਆ, ਨਾਲ ਦੂਜੇ ਦੇਖਣ ਵਾਲਿਆਂ ਵੀ ਪਾਇਆ, ਪਰ ਸਿੰਘ ਜੀ ਦਾ ਕੋਈ ਪਤਾ ਨਹੀਂ ਲੱਗਾ ਕਿੱਧਰ ਨੂੰ ਨਿਕਲ ਗਏ। ਚਾਉ ਪਈ ਰੌਲਾ ਗੌਲਾ ਜਬ ਤਹਿ ਪਰਾ। ਜਦੋਂ ਲਾਹੌਰ 'ਚ ਰੌਲਾ ਪਿਆ, ਜਿੰਨੇ ਕੁ ਨੂੰ ਫੌਜਾਂ ਜਾਗੀਆਂ, ਤਬ ਲਓ ਸਿੰਘ ਮੱਧ ਝਾੜੀ ਰਲਾ। ਉਹਨੇ ਚਿਰ ਨੂੰ ਸਿੰਘ ਜੰਗਲਾਂ ਝਾੜਾਂ 'ਚ ਜਾ ਲੁਕਿਆ। ਤੁਰਕ ਫੌਜ ਕਿਤ ਮਗਰੋਂ ਦੌਰੀ। ਤੁਰਕਾਂ ਦੀ ਫੌਜ ਸੁੱਖਾ ਸਿੰਘ ਨੂੰ ਲੱਭਦੀ ਫਿਰਦੀ ਆ ਵੀ ਕਿੱਥੇ ਗਿਆ ਹੈ। ਸੋ ਲੰਘ ਗਇਓ ਤਰਫ ਕਿਤ ਔਰੀ। ਉਹ ਕਿਸੇ ਹੋਰ ਹੀ ਰਾਹ ਬਦਲ ਕੇ ਨਿਕਲ ਗਿਆ। ਜਾਏ ਰਲਿਓ ਸਿੰਘਨ ਦਲ ਮਾਹੀ। ਖਾਲਸੇ ਦੇ ਦਲ ਵਿੱਚ ਜਹਦਰ ਬਾਬਾ ਸ਼ਾਮ ਸਿੰਘ ਦੇ ਦਲ ਵਿੱਚ ਜਾ ਰਲਿਆ। ਮੁੱਲ ਘੋੜੀ ਕਉ ਦੈ ਤੁਰਤਾਹੀ। ਔਰ ਉਸ ਘੋੜੀ ਦਾ ਮੁੱਲ ਪਾ ਕੇ ਉਹਦੇ ਪੈਸੇ ਪਿੰਡ ਪਹੁੰਚਾ ਦਿੱਤੇ। ਤੀਨਕ ਸੈ ਦਇਓ ਰੁਪਈਓ ਲਾਏ। 300 ਰੁਪਈਆ ਉਹਨੇ ਭੇਜਿਆ ਪਿੰਡ ਦੇ ਚੌਧਰੀ ਨੂੰ ਵੀ ਘੋੜੀ ਬੜੀ ਮਹਿੰਗੀ ਕੀਮਤੀ ਸੀ ਨਾ, ਵੀ ਵਿਚਾਰਾ ਦੁਖੀ ਹੋਵੇਗਾ ਵੀ ਸੁੱਖਾ ਸਿੰਘ ਘੋੜੀ ਲੈ ਗਿਆ ਤੇ ਮੁੜ ਕੇ ਕੋਈ ਪਤਾ ਨਹੀਂ ਦਿੱਤਾ। ਉਹਦੇ ਮਨ ਦੀ ਤਸੱਲੀ ਲਈ ਪੈਸੇ ਜ਼ਿਆਦੇ ਭੇਜੇ। ਉਦੋਂ 300 ਬੜੇ ਹੁੰਦੇ ਸੀਗੇ, ਅੱਜ ਦੀ ਗੱਲ ਥੋੜਾ।
300 ਰੁਪਈਆ ਉਦੋਂ ਦੇ ਅੱਜ ਕੱਲ 3 ਲੱਖ ਤੋਂ ਵੀ ਜ਼ਿਆਦਾ ਸੀ, ਉਹ ਭੇਜ ਦਿੱਤੇ। ਲਈ ਚੌਧਰੀ ਸੌ ਬਾਤ ਬਣਾਈ। ਚੌਧਰੀ ਨਾਲ ਗੱਲਬਾਤ ਬਣਾ ਲਈ ਵੀ ਕੋਈ ਨਹੀਂ, ਪਿੰਡ ਦੇ ਬੰਦੇ ਪਿੰਡਾਂ ਦੇ ਕੰਮ ਆਉਂਦੇ ਆ, ਤੂੰ ਹੁਣ ਗੁੱਸਾ ਗਿੱਲਾ ਛੱਡ ਤੇ ਆ ਪੈਸੇ ਲੈ ਘੋੜੀ ਦੇ, ਤੇਰਾ ਸਾਡਾ ਕੋਈ ਵੈਰ ਨਹੀਂ, ਲੋੜ ਸੀ ਮੈਨੂੰ, ਮੈਂ ਲੈ ਗਿਆ। ਔਰ ਸਿੰਘਨ ਕੇ ਲੰਗਰ ਪਾਈ। ਬਾਕੀ ਮਾਇਆ ਸਿੰਘਾਂ ਦੇ ਲੰਗਰ, ਕਿਉਂਕਿ ਉਦੋਂ ਖਾਲਸੇ ਦਾ ਲੰਗਰ ਵੀ ਮਸਤਾਨਾ ਹੁੰਦਾ ਸੀ, ਬੜੇ ਕੜਾਕੇ ਸੀ। ਜ਼ਕਰੀਆ ਖਾਨ ਜ਼ੁਲਮ ਕਰਦਾ ਸੀ, ਸਿੰਘਾਂ ਦੇ ਬੱਚੇ ਬੁੱਢੇ ਬੀਬੀਆਂ ਵੀ ਜੰਗਲਾਂ 'ਚ ਰਹਿੰਦੀਆਂ ਸਨ, ਸੋ ਲੰਗਰ 'ਚ ਮਾਇਆ ਪਾ ਦਿੱਤੀ। ਕੱਲੀ ਨਾ ਘਰ ਜਾਹੇ ਥੇ ਪਿਤ ਮਾਈ। ਮਾਂ ਬਾਪ ਕੋਲ ਨਹੀਂ ਪੈਸਾ ਭੇਜਿਆ, ਉਹਨਾਂ ਕੋਲ ਨਹੀਂ ਭੇਜਿਆ, ਕਿਉਂ? ਉਹਨਾਂ ਨੇ ਤਾਂ ਕੇਸ ਕੱਟ ਦਿੱਤੇ ਮੇਰੇ, ਮੈਂ ਉਹਨਾਂ ਤੋਂ ਕੀ ਲੈਣਾ, ਉਹਨਾਂ ਨਾਲ ਨਾਰਾਜ਼ਗੀ ਰੱਖੀ ਹੈ। ਇਸੇ ਭਾਂਤ ਸਿੰਘ ਨਿਤ ਤਹਿ ਦੌੜੈ। ਇਹ ਤਾਂ ਸਿੰਘਾਂ ਦੀ ਰੋਜ਼ ਦੌੜ ਲੱਗੀ ਰਹਿੰਦੀ ਸੀ, ਸਮਾਂ ਇਹੋ ਜਿਹਾ ਸੀ। ਲੁੱਟ ਸੋ ਲਿਆਵੇਂ ਮਾਲ ਚੁਫੇਰੇ। ਔਰ ਸਰਕਾਰੀ ਖਜ਼ਾਨੇ ਤੇ ਵੱਡੇ ਵੱਡੇ ਸ਼ਾਹੂਕਾਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਛਕਾਉਂਦੇ ਸੀਗੇ। ਬਹੁਤ ਸਿੰਘ ਚਿਤ ਭਇਓ ਉਸ਼ਾਹੇ। ਸੁੱਖਾ ਸਿੰਘ ਦਾ ਹੌਸਲਾ ਬਹੁਤ ਵੱਧ ਗਿਆ। ਸੁੱਖਾ ਸਿੰਘ ਬੜਾ ਬਹਾਦਰ ਸੀ। ਉਸ ਮਾਰ ਹਟਾਵੇਂ ਜੋ ਗੈਲੇ ਪਾਹੇ। ਜਿਹੜਾ ਕੋਈ ਪਿੱਛਾ ਕਰਦਾ ਸੀ ਉਹ ਝੜਕ ਕੇ ਲੰਘ ਜਾਂਦਾ ਸੀ। ਸੁੱਖਾ ਸਿੰਘ ਫੁਰਤੀਲਾ ਬੜਾ ਸੀ। ਸਭ ਸ਼ਸਤਰਨ ਕੀ ਵਿਦਿਆ ਜਾਣੈ। ਬਾਬਾ ਸੁੱਖਾ ਸਿੰਘ ਜੀ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਰਹਿ ਕੇ ਸ਼ਸਤਰਾਂ ਦੀ ਵਿਦਿਆ ਨਿਪੁੰਨ ਹੁੰਦੇ ਗਏ। ਹਰ ਰੋਜ਼ ਵਧੀਆ ਤੋਂ ਵਧੀਆ ਸ਼ਸਤਰ ਚਲਾਣੇ ਸਿੱਖ ਗਿਆ। ਹੱਥ ਪਾਏ ਉਸ ਬਹੁਤ ਸਤਾਣੈ। ਉਹ ਵੱਡਿਆਂ ਨੂੰ ਹੱਥ ਪਾ ਲੈਂਦਾ ਸੀ। ਉਹ ਬੜਾ ਤਗੜਾ ਬਹਾਦਰ ਜਰਨੈਲ ਬਣਿਆ ਪੰਥ ਖਾਲਸੇ 'ਚ ਬਾਬਾ ਸੁੱਖਾ ਸਿੰਘ। ਚੜ ਘੋੜੀ ਤੇ ਜੋ ਲੁੱਟ ਲਿਆਵੈ। ਜੋ ਘੋੜੀ ਤੇ ਚੜ ਕੇ ਜਾਂਦਾ ਸੀ ਖਾਲੀ ਹੱਥ ਮੁੜਦਾ ਨਹੀਂ ਸੀ, ਕਦੀ 500 ਕਦੀ 1000 ਮੋਹਰਾਂ ਲੈ ਕੇ ਆਉਂਦਾ ਸੀ। ਜੋ ਕੁਝ ਲੁੱਟ ਕੇ ਲਿਆਉਂਦਾ ਸੀ ਖਾਲਸੇ ਨੂੰ ਛਕਾਉਂਦਾ ਸੀ। ਤੁਰਤ ਖਾਲਸੇ ਲੰਗਰ ਪਾਵੈ। ਸਾਰੀ ਮਾਇਆ ਰਸਤ ਬਸਤ ਲਿਆ ਕੇ ਗੁਰੂ ਦੇ ਲੰਗਰ 'ਚ ਪਾਉਂਦਾ ਸੀ, ਖਾਲਸੇ ਨੂੰ ਛਕਾਉਂਦਾ ਸੀ। ਦੋਹਰਾ ਜਹਾਂ ਜੁੱਧ ਤੁਰਕਨ ਪਰੈ ਛੇਰ ਜਿਮ ਜਾਏ। ਜਿੱਥੇ ਤੁਰਕਾਂ ਨਾਲ ਯੁੱਧ ਪੈਂਦਾ ਸੀ ਬੱਬਰ ਸ਼ੇਰ ਤਰ੍ਹਾਂ ਪੈਂਦਾ ਸੀ ਸੁੱਖਾ ਸਿੰਘ ਤੁਰਕਾਂ ਦੇ ਗਲ ਜਾ ਕੇ। ਇੱਕ ਦੋ ਸ਼ਸਤਰ ਲਾਏ ਕੈ ਰਲੈ ਖਾਲਸੇ ਆਏ। ਔਰ ਇੱਕ ਦੋ ਸ਼ਸਤਰ ਚਲਾ ਕੇ ਦੋ ਚੌਂ ਨੂੰ ਵੱਢ ਕੇ ਖਾਲਸੇ ਜਾ ਰਲਦਾ ਸੀ। ਕੱਲਾ ਵੀ ਕਈ ਵਾਰੀ ਇਹੋ ਜਿਹੇ ਮਾਰ ਆਉਂਦਾ ਸੀ। ਚਾਉ ਪਈ ਰਾਮ ਜੰਗ ਸਿੰਘ ਖੂਬ ਚਲਾਵੈ। ਰਾਮ ਜੰਗਾ ਬਹੁਤ ਸੋਹਣਾ ਚਲਾਣਾ ਜਾਣਦਾ ਸੀ। ਰਾਮ ਜੰਗਾ ਕਹਿੰਦੇ ਆ ਬੰਦੂਕ ਨੂੰ। ਸੋ ਜਿਵੇਂ ਦਸਮ ਪਾਤਸ਼ਾਹ ਦੇ ਬਚਨ ਨਾ ਤੀਰੋ ਕਮਾਨ ਸ਼ਸਤਰਾਂ ਬਾਰੇ ਲਿਖਿਆ ਨਾ ਮਹਾਰਾਜ ਦਸਮ ਪਾਤਸ਼ਾਹ ਜੀ ਨੇ, ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਉਹ ਬਚਨ ਆਪਣੇ ਰਹਿਤਨਾਮੇ 'ਚ ਲਿਖੇ ਜੋ ਦਸਵੇਂ ਪਾਤਸ਼ਾਹ ਜੀ ਨੇ ਕਹੇ ਹਨ ਕਿ ਉਹ ਸ਼ਸਤਰਾਂ ਦੇ ਨਾਮ ਨੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆਰ ਤੀਰ ਸਾਹਿਬ ਸਰੋਈ ਸਹਿਤੀ ਬੜਾ ਯਹ ਹਮਾਰੇ ਪੀਰ। ਔਰ ਉਹਦੇ ਵਿੱਚ ਬੜੋ ਰਾਮ ਜੰਗੋ, ਰਾਮ ਜੰਗਾ ਬੰਦੂਕ ਸ਼ਸਤਰ ਨੂੰ ਪਿਸਤੌਲ ਨੂੰ ਦੂਰ ਗੋਲੀ ਮਾਰੇ। ਇਹ ਕੋਡ ਵਰਡ ਹੈ ਖਾਲਸੇ ਦਾ। ਰਾਮ ਜੰਗਾ ਬਹੁਤ ਸੋਹਣਾ ਚਲਾਣਾ ਜਾਣਦਾ ਸੀ ਸੁੱਖਾ ਸਿੰਘ। ਦੂਰੋਂ ਹੀ ਗੋਲੀ ਮਾਰਦਾ ਸੀ ਜਿੱਥੋਂ ਆਵਾਜ਼ ਆਉਂਦੀ ਸੀ। ਤੀਰ ਮਾਰ ਘੋੜੇ ਗਿਰਾਵੇ। ਔਰ ਤੀਰ ਇੰਨਾ ਤਿੱਖਾ ਮਾਰਦਾ ਸੀ ਵੀ ਜਵਾਨ ਨੂੰ ਚੀਰ ਕੇ ਘੋੜੇ ਨੂੰ ਵੀ ਪਾਰ ਕਰਕੇ ਲੰਘ ਜਾਵੇ। ਨੇਜਾ ਸੇਲਾ ਬਰਛੀ ਤੇਗ। ਨੇਜਾ ਬਰਛੀ ਬਰਛਾ ਸੇਲਾ ਬੱਲਮ ਇਹ ਕਈ ਕਿਸਮ ਦੇ ਸ਼ਸਤਰ ਹੁੰਦੇ ਆ। ਉਹ ਸਾਰੇ ਕਿਸਮ ਦੇ ਸ਼ਸਤਰਾਂ ਨੂੰ ਕਿਸ ਤਰ੍ਹਾਂ ਚਲਾਣਾ ਚੰਗੀ ਤਰ੍ਹਾਂ ਜਾਣਦਾ ਸੀ। ਮਾਰ ਉਡਾਵੇ ਪ੍ਰਾਨਨ ਬੇਗ। ਜਿਹਨੂੰ ਮਾਰਦਾ ਸੀ ਨਾ ਉਹਨੂੰ ਪਾਣੀ ਨਹੀਂ ਸੀ ਮੰਗਣ ਦਿੰਦਾ, ਉਹਦੇ ਪ੍ਰਾਣ ਹੀ ਲੈ ਲੈਂਦਾ ਸੀ। ਸੁੱਖਾ ਸਿੰਘ ਕੀ ਇਮ ਚਰਚਾ ਭਈ। ਇਹ ਤਾਂ ਪੰਥ ਖਾਲਸੇ ਵਿੱਚ ਸੁੱਖਾ ਸਿੰਘ ਦੀ ਚਰਚਾ ਹੋ ਗਈ ਵੀ ਸੁੱਖਾ ਸਿੰਘ ਬੜਾ ਬਹਾਦਰ ਹੈ, ਬੜਾ ਫੁਰਤੀਲਾ। ਫਿਰ ਤੇ ਜਥੇਦਾਰ ਵੀ ਉਹਨੂੰ ਜੇ ਕੋਈ ਕੰਮ ਖਾਸ ਹੁੰਦਾ ਸੀ ਉਹਨੂੰ ਹੀ ਭੇਜਿਆ ਕਰਦੇ ਸੀ। ਦੇਖੋ ਨਾ ਭਾਈ ਮਤਾਬ ਸਿੰਘ ਦੇ ਨਾਲ ਉੱਥੋਂ ਸੁੱਖਾ ਸਿੰਘ ਨੂੰ ਵੀ ਭੇਜਿਆ ਵੀ ਸੁੱਖਾ ਸਿੰਘ ਜਾ ਮਤਾਬ ਸਿੰਘ ਚੱਲਿਆ, ਤੂੰ ਵੀ ਜਾ, ਤੇਰੀ ਉੱਥੇ ਲੋੜ। ਕੰਮ ਵੱਡੇ ਕੰਮ ਨੂੰ ਜਿੱਥੇ ਕੋਈ ਹੁੰਦਾ ਸੀ ਉਹਨੂੰ ਭੇਜਦੇ ਸੀ। ਸੂਰਨ ਕੋ ਸਿਰ ਮੌਰ ਗਿਨਈ। ਤੇ ਦੇਖੋ ਆ ਕੇ ਮੱਸੇ ਰੰਗੜ ਦਾ ਸਿਰ ਸ੍ਰੀ ਹਰਿਮੰਦਰ ਸਾਹਿਬ ਚੋਂ ਵੱਢ ਕੇ ਲੈ ਗਏ ਨੇ। ਇਹ ਕੋਈ ਮਾਤਰ ਦਾ ਕੰਮ ਥੋੜਾ ਕਥਾ ਕਰਨ ਵਾਲਿਆਂ ਦਾ, ਇਹ ਉਹਨਾਂ ਦਾ ਹੀ ਹੈ। ਜੇ ਆਪਾਂ ਸਾਰੇ ਕਹੀਏ ਨਾ ਵੀ ਇੱਕੋ ਹੀ ਕੰਮ ਸਾਰੇ ਕਰ ਲਈਏ, ਨਹੀਂ ਹੁੰਦਾ। ਅੱਜ ਅਸੀਂ ਕੀ ਕਰਦੇ ਆ, ਇੱਕ ਦੂਜੀ ਦੇ ਲੱਤਾਂ ਖਿੱਚਣ ਲੱਗ ਜਾਂਦੇ ਆ। ਉਹ ਭਾਈ ਗੁਰਮੁਖੋ ਜਿਹਦਾ ਕੰਮ ਹੈ ਉਹਨੂੰ ਉਹ ਕਰਨ ਦਿਓ, ਤੁਸੀਂ ਆਪਣਾ ਕਰੀ ਜਾਓ। ਇਹ ਵੱਖਰੇ ਮਹਿਕਮੇ, ਜਿਵੇਂ ਸਰਕਾਰ ਦੇ ਕੋਲ ਰੇਲਵੇ ਦਾ ਮਹਿਕਮਾ, ਫੌਜ ਦਾ ਮਹਿਕਮਾ, ਪੁਲਿਸ ਦਾ ਮਹਿਕਮਾ, ਡਾਕ ਦਾ ਮਹਿਕਮਾ, ਕਿੰਨੇ ਮਹਿਕਮੇ ਸਰਕਾਰ ਦੇ। ਜਿਹੜਾ ਕੰਮ ਜਿਹਨੂੰ ਦਿੱਤਾ ਉਹ ਕਰੀ ਜਾਂਦਾ। ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋਂ ਠਣਕਾ ਬਾਜੇ। ਸਿਆਣਿਆਂ ਨੇ ਕਿਹਾ ਦੂਜਾ ਕਰੇਗਾ ਤੇ ਫਿਰ ਜਲੂਸ ਨਿਕਲੇਗਾ, ਹੁੰਦਾ ਹੀ ਕੋਈ ਨਹੀਂ ਦੂਜੇ ਕੋਲੋਂ। ਸੋ ਇਸ ਵਾਸਤੇ ਜਿਹੜਾ ਜੰਗ ਯੁੱਧ ਦਾ ਕੰਮ ਸੀ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਉਹਦੇ 'ਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ। ਜੰਗ ਜੁੜੇ ਜਹ ਫਤਿਹ ਲਿਆਵੇ। ਜਿੱਥੇ ਜੰਗ ਹੁੰਦਾ ਸੀ ਉਹ ਫਤਿਹ ਪਾ ਕੇ ਆਇਆ। ਕਦੀ ਵੀ ਜਦ ਸੁੱਖਾ ਸਿੰਘ ਹਾਰ ਮੰਨ ਕੇ ਮੁੜ ਕੇ ਨਹੀਂ ਆਇਆ। ਦੀਵਾਨ ਖਾਲਸੇ ਮੈਂ ਆਦਰ ਪਾਵੇ। ਖਾਲਸੇ ਦੇ ਦੀਵਾਨ 'ਚ ਉਹਦਾ ਆਦਰ ਹੁੰਦਾ ਸੀ, ਸਤਿਕਾਰ ਹੁੰਦਾ ਸੀ ਸੁੱਖਾ ਸਿੰਘ ਦਾ। ਲੱਗੇ ਦੀਵਾਨ ਤੇ ਪੱਖਾ ਫੇਰੈ। ਫਿਰ ਦੀਵਾਨ ਦੇ ਵਿੱਚ ਹੰਕਾਰ ਨਾਲ ਨਹੀਂ ਸੀ ਬਹਿੰਦਾ ਵੀ ਮੈਂ ਜਥੇਦਾਰ। ਪੱਖਾ ਲੈ ਕੇ ਨਾ ਸਿੰਘਾਂ ਨੂੰ ਪੱਖਾ ਝੱਲਿਆ ਕਰਦਾ ਸੀ, ਭਾਂਡੇ ਮਾਂਜਿਆ ਕਰਦਾ ਸੀ, ਲੰਗਰ ਪਕਾਉਂਦਾ ਸੀ। ਜੋ ਸੇਵਾ ਉਹਨੂੰ ਲਾਉਂਦੇ ਸੀ ਭੱਜ ਕੇ ਕਰਦਾ ਸੀ।
ਅੰਗੀਠਣ ਕੋ ਸਮਦਾ ਲਿਆ ਗੇਰੈ। ਲੱਕੜ ਲਿਆ ਕੇ ਅੰਗੀਠਿਆਂ ਵਾਸਤੇ ਰੱਖਦਾ ਸੀ, ਕਿਉਂਕਿ ਸਿਆਲਾਂ ਦੇ ਦਿਨਾਂ 'ਚ ਜੰਗਲਾਂ 'ਚ ਸਿੰਘਾਂ ਨੂੰ ਰਜਾਈਆਂ ਤਲਾਈਆਂ ਥੋੜਾ ਮਿਲਦੀਆਂ ਸੀ, ਉੱਤੋਂ ਬਰਫ਼ ਪੈਂਦੀ ਸੀ ਤੇ ਉੱਥੇ ਜੰਗਲ 'ਚ ਰਹਿਣਾ ਪੈਂਦਾ ਸੀ। ਉੱਥੇ ਲੱਕੜਾਂ ਹੀ ਬਾਲ ਕੇ ਤੇ ਅੱਗ ਸੇਕ ਕੇ ਰਾਤਾਂ ਕੱਟਦੇ ਸੀਗੇ। ਅੰਗੀਠਿਆਂ ਵਾਸਤੇ, ਚੰਡਿਆਂ ਵਾਸਤੇ ਲੱਕੜਾਂ ਉਹ ਹੀ ਲਿਆ ਕੇ ਦਿੰਦਾ ਸੀ। ਪਿਆਸਨ ਖਾਤਰ ਮਸ਼ਕ ਉਠਾਵੈ। ਪਿਆਸਿਆਂ ਵਾਸਤੇ ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਉਂਦਾ ਸੀ। ਪਾਣੀ ਵੀ ਦੂਰੋਂ ਲਿਆਉਣਾ ਪੈਂਦਾ ਸੀ, ਖੂਹਾਂ ਤਲਾਬਾਂ ਤੋਂ। ਭੁੱਖਿਆਂ ਖਾਤਰ ਰਿਜਕ ਲਿਆਵੈ। ਜੇ ਕਿਤੇ ਲੰਗਰ 'ਚ ਆਟਾ ਦਾਲ ਨਹੀਂ ਸੀ ਹੁੰਦਾ, ਸੁੱਖਾ ਸਿੰਘ ਭੇਸ ਬਦਲ ਕੇ ਜਾ ਕੇ ਕਿਤੇ ਬਾਜ਼ਾਰ ਵਿੱਚੋਂ ਆਟਾ ਦਾਲ ਲੈਣੀ, ਉਹ ਵੀ ਲੈ ਆਉਂਦਾ ਸੀ। ਥੱਕੇ ਸਿੰਘ ਕੀ ਚਾਪੀ ਕਰੈ। ਜੇ ਕੋਈ ਸਿੰਘ ਰਾਤ ਨੂੰ ਥੱਕਿਆ ਹੋਵੇ ਜਾਂ ਕੋਈ ਬਜ਼ੁਰਗ ਹੋਵੇ, ਉਹਦੀ ਮੁੱਠੀ ਚਾਪੀ ਕਰਕੇ, ਉਹਦੀ ਮਾਲਿਸ਼ ਕਰਕੇ ਉਹਨੂੰ ਤਗੜਾ ਕਰ ਦਿੰਦਾ ਸੀ। ਇਸ਼ਨਾਨ ਕਰਾਵੈ ਬਹੁ ਜਲ ਭਰੈ। ਸਿੰਘਾਂ ਨੂੰ ਨਹਾਉਣ ਵਾਸਤੇ ਇਸ਼ਨਾਨ ਲਈ ਜਲ ਭਰ ਕੇ ਰੱਖਦਾ ਸੀਗਾ। ਲਿਆ ਕੇ ਸਿੰਘਾਂ ਨੂੰ ਬਾਲਟੇ ਗੜਵੇ ਜਲ ਦੇ ਦਿੰਦਾ ਸੀ ਇਸ਼ਨਾਨ ਕਰਨ ਲਈ। ਕੱਛ ਨਿਚੋੜੈ ਚਰਨ ਧੁਆਏ। ਇੱਥੋਂ ਤੱਕ ਵੀ ਬਜ਼ੁਰਗ ਸਿੰਘਾਂ ਦੇ ਕਛਹਿਰੇ ਆਪ ਨਿਚੋੜ ਦਿੰਦਾ ਸੀ। ਦੇਖੋ ਕਿੱਡਾ ਵੱਡਾ ਉਹ ਸੂਰਮਾ ਗੁਰੂ ਪੰਥ ਦਾ ਪ੍ਰੇਮੀ ਸੀ ਵੀ ਜੇ ਕੋਈ ਬਜ਼ੁਰਗ ਸਿੰਘ ਹੈ ਉਹਨੂੰ ਇਸ਼ਨਾਨ ਕਰਾਉਣਾ ਤੇ ਉਹਦਾ ਕਛਹਿਰਾ ਨਾ, ਬਾਪੂ ਜੀ ਤੁਸੀਂ ਨਾ ਖੇਚਲ ਕਰੋ, ਪਰੇ ਹੋਵੋ, ਮੈਂ ਤੁਹਾਡੇ ਕਛਹਿਰੇ ਨੂੰ ਸਾਬਣ ਲਾ ਦਿੰਦਾ, ਜਾਂ ਜਿੱਦਾਂ ਵੀ ਹੋਵੇ। ਉਹ ਕਛਹਿਰਾ ਨਿਚੋੜ ਕੇ ਸੁੱਕਣੇ ਪਾ ਦਿੰਦਾ ਸੀ। ਫੜ ਗੜਵੇ ਸਿੰਘ ਦਾਤਨ ਕਰਾਏ। ਸਰਬਲੋ ਦੇ ਗੜਵੇ ਹੁੰਦੇ ਸੀ ਲੋਹੇ ਦੇ, ਉਦੋਂ ਉਹ ਗੜਵਾ ਜਲ ਦਾ ਭਰਾ ਕੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਅਤੇ ਹੋਰ ਸਿਆਣਿਆਂ ਨੂੰ ਦਾਤਨ ਕਰਾਇਆ ਕਰਦਾ ਸੀ। ਦੋਹਰਾ ਸ਼ਬਦ ਪੜੈ ਫੜ ਸਾਜ ਕੋ, ਬਾਣੀ ਮੁਖੋਂ ਉਚਾਰ। ਬਾਣੀ ਸੁੱਖਾ ਸਿੰਘ ਨੂੰ ਬੜੀ ਕੰਠ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ ਬਹੁਤ ਕੰਠ ਕੀਤੀ ਹੋਈ ਸੀ। ਸਾਜ ਪੜ੍ਹ ਕੇ ਕੀਰਤਨ ਵੀ ਕਰਦਾ ਸੀ। ਦੇਖੋ ਸਿੰਘ ਕੱਲੇ ਮਾਰ ਧਾੜ ਵਾਲੇ ਨਹੀਂ ਸੀ, ਬਾਣੀ ਦੇ ਵੀ ਬੜੇ ਪੱਕੇ ਸੀ, ਕੀਰਤਨ ਵੀ ਸੋਹਣਾ ਕਰਦਾ ਸੀਗਾ। ਹਾਂਜੀ। ਕਮਰ ਕਸਾ ਨਿਸ ਦਿਨ ਰੱਖੇ, ਲੜਨ ਘੁਲਨ ਕੋ ਤਿਆਰ। ਸ਼ਸਤਰ ਹਮੇਸ਼ਾ ਕਮਰ ਕਸੇ 'ਚ 5-7 ਸਜਾ ਕੇ ਰੱਖਦਾ ਸੀ। ਦਮਾਲੇ ਤੇ 5-7 ਚੱਕਰ, ਗੱਤ, ਤਲਵਾਰ, ਖੰਡਾ, ਬੰਦੂਕ, ਬਰਛਾ ਹਰ ਵੇਲੇ ਕੋਲ ਰੱਖਦਾ ਸੀ ਵੀ ਲੜਾਈ ਦਾ ਕੀ ਪਤਾ ਕਿੱਥੇ ਹੋ ਜਾਣੀ ਹੈ। ਢਿੱਲਾ ਨਹੀਂ ਸੀ। ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਹਰ ਵੇਲੇ ਤਲਵਾਰ, ਬਰਛਾ, ਢਾਲ, ਖੰਡਾ, ਬੰਦੂਕ ਆਪਣੇ ਕੋਲ ਰੱਖਦਾ ਸੀ। ਜਾਓ ਪਈ ਔਰ ਟਹਿਲ ਬਹੁ ਸਿੰਘਨ ਕਰੇ। ਔਰ ਸਿੰਘਾਂ ਦੀ ਬੜੀ ਸੇਵਾ ਕਰਦਾ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਸਮਝ ਕੇ ਸਿੱਖਾਂ ਦੀ ਸੇਵਾ ਕਰਦਾ ਸੀ। ਹਾਂਜੀ। ਦੰਗਿਓ ਫੰਗਿਓ ਵੈ ਨਹਿ ਡਰੈ। ਦੰਗੇ ਫੰਗੇ ਤੋਂ ਡਰਦਾ ਨਹੀਂ ਸੀ। ਜਿੱਥੇ ਕੋਈ ਪਤਾ ਲੱਗੇ ਲੜਾਈ ਮੁੱਲ ਲੈਂਦਾ ਸੀ। ਜਿਵੇਂ ਭਾਈ ਤਾਰਾ ਸਿੰਘ ਦਾ ਆਪਾਂ ਸੁਣਿਆ ਪਿੱਛੇ ਬਚਨ, ਉਹ ਕਹਿੰਦੇ ਗਵਾਂਢੀ ਦੇ ਘਰ ਬੁਲਾ ਜਾਂਦੀ, ਬਾਜ਼ ਮਾਰ ਕੇ ਆਪਣੇ ਘਰ ਬੁਲਾ ਲੈਂਦੇ ਸੀ ਨਾ। ਇਦਾਂ ਦਾ ਹੀ ਸੁੱਖਾ ਸਿੰਘ ਸੀ। ਕਹਿੰਦਾ ਕੋਈ ਗੱਲ ਨਹੀਂ, ਲੜਾਈ ਉਧਰ ਆਉਂਦੀ, ਸਾਡੇ ਘਰ ਵੀ ਫੇੜਾ ਪਾ ਜਾਵੇ। ਹਾਂਜੀ। ਮਾਤ ਪਿਤਾ ਤਿਸ ਆਵੈ ਧਾਏ। ਕਦੀ ਕਦੀ ਮਾਤਾ ਪਿਤਾ ਮਿਲਣ ਆਉਂਦੇ ਸੀਗੇ। ਸਿੰਘਣ ਤੇ ਬਹੁਤਾਹੇ ਅਖਾਏ। ਉਹਨੂੰ ਬਜ਼ੁਰਗਾਂ ਕੋਲੋਂ, ਸਿੰਘਾਂ ਕੋਲੋਂ ਸਮਝਾਉਣ ਵਾਸਤੇ, ਬਾਬਾ ਜੀ ਤੁਸੀਂ ਸਮਝਾਓ, ਸਾਡਾ ਪੁੱਤਰ ਹੈ, ਇੱਕੋ ਇੱਕ ਪੁੱਤਰ ਹੈ, ਇਹ ਵੀ ਸਾਨੂੰ ਮਿਲਦਾ ਕੋਈ ਨਹੀਂ, ਇਹ ਸਾਡਾ ਬੱਚਾ। ਇਦਾਂ ਕਹਿ ਕੇ ਉਹਨੂੰ ਕਹਿੰਦੇ ਸੀਗੇ। ਹਾਂਜੀ। ਦੋਹਰਾ ਮਾਤ ਪਿਤਾ ਤਿਸ ਆਏ ਕੈ, ਸਿੰਘਣ ਤੇ ਸੋ ਕਹਾਏ। ਬਜ਼ੁਰਗਾਂ ਸਿੰਘਾਂ ਕੋਲੋਂ ਕਹਾਉਂਦੇ ਸੀਗੇ ਮਾਤਾ ਪਿਤਾ। ਲੈ ਗਏ ਆਪਣੇ ਘਰ ਵਿਖੈ, ਮੁਕਲਾਵਾ ਕਰਵਾਏ। ਹੁਣ ਇਹਦੀ ਉਮਰ ਹੋ ਗਈ 18-19 ਸਾਲ ਦੀ। ਸੋਹਣਾ ਜਵਾਨ, ਲੰਮਾ ਉੱਚਾ, ਬੜਾ ਸੁੰਦਰ ਨਿਕਲਿਆ। ਤੇ ਜਦੋਂ ਇਹ ਬੱਚਾ 18-19 ਸਾਲ ਦਾ ਹੋ ਜਾਵੇ ਨਾ, ਫਿਰ ਮੁਕਲਾਵਾ। ਇਹ ਪੁਰਾਣੇ ਜ਼ਮਾਨੇ, ਹੁਣ ਤਾਂ ਗੱਲਾਂ ਆਈਆਂ ਗਈਆਂ। ਹੁਣ ਤੇ ਉਹ ਫੇਰਾ ਪਾਣਾ ਕੁੜੀ ਜਾਂਦੀ ਹੈ ਨਾ, ਪਹਿਲਾਂ ਤਾਂ ਅਗਲੇ ਦਿਨ ਜਾਂਦੇ ਸੀਗੇ। ਉਹ ਹੁਣ ਆਨੰਦ ਕਾਰਜ ਕਰਕੇ ਉੱਥੇ ਹੀ ਦੁਬਾਰਾ ਫੇਰਾ ਪਾ ਕੇ ਕਹਿੰਦੇ ਚੰਗਾ ਜੀ ਵਾਹਿਗੁਰੂ ਚਾਲਾ ਮਾਰੋ। ਤੋ ਇਹ ਰਿਵਾਜ ਹੋ ਗਏ। ਪਹਿਲਾਂ ਕੀ ਹੁੰਦਾ ਸੀ, ਵਿਆਹ ਹੁੰਦਾ ਸੀ, ਫਿਰ ਕੁੜੀ 5-4 ਸਾਲ ਆਪਣੇ ਪੇਕੇ ਰਹਿੰਦੀ ਸੀ, ਫਿਰ ਉਹਦਾ ਮੁਕਲਾਵਾ ਲੈਣ ਜਾਂਦੇ ਸੀ। ਵਿਆਹ ਤੋਂ 5-4 ਸਾਲ ਬਾਅਦ ਜਦੋਂ ਬੱਚੇ ਜਵਾਨ ਹੋ ਜਾਣ, ਵਿਆਹ ਕਰ ਦਿੰਦੇ ਸੀ। ਛੋਟਿਆਂ ਦਾ ਹੀ ਮੁਕਲਾਵਾ ਭੇਜਦੇ ਸੀ 5-6 ਸਾਲ ਬਾਅਦ। 18-19 ਦਾ ਹੋ ਗਿਆ ਬੱਚਾ। ਸੁੱਖਾ ਸਿੰਘ ਜਵਾਨ ਹੋ ਗਿਆ ਤੇ ਉਹਦਾ ਮੁਕਲਾਵਾ ਲੈਣ ਵਾਸਤੇ ਮਾਪਿਆਂ ਨੇ ਬੜਾ ਜ਼ੋਰ ਪਾਇਆ ਵੀ ਮਹਾਰਾਜ ਕੁੜੀ ਵਾਲੇ ਬਾਰ-ਬਾਰ ਕਹਿੰਦੇ ਆ ਮੁਕਲਾਵਾ ਲੈ ਜਾਓ ਤੇ ਤੁਸੀਂ ਸਮਝਾਓ। ਸ਼ਾਮ ਸਿੰਘ ਬਾਬਾ ਜੀ ਨੇ ਆਖਿਆ, ਪੁੱਤਰ ਵੀ ਤੂੰ ਗ੍ਰਸਤੀ ਸਿੰਘ ਹੈ ਤੇ ਆਪਣੀ ਸਿੰਘਣੀ ਜਾ ਕੇ ਲੈ ਆ। ਹਾਂਜੀ। ਜਾਓ ਪਈ ਅਬੇਰ ਸਵੇਰ ਸੋ ਘਰ ਮੈਂ ਜਾਵੈ। ਕਿਉਂਕਿ ਉਹ ਸਮਾਂ ਇਹੋ ਜਿਹਾ ਸੀਗਾ ਵੀ ਸਿੰਘਾਂ ਨੂੰ ਆਮ ਘਰਾਂ 'ਚ ਰਹਿਣਾ ਔਖਾ ਸੀ। ਮੁਕਲਾਵਾ ਲਿਆਂਦਾ, ਕਦੀ ਹਨੇਰੇ ਕਦੀ ਸਵੇਰੇ, ਘਰ ਗੇੜਾ ਮਾਰਦਾ ਸੀ। ਤੁਰਕਨ ਡਰ ਫਿਰ ਦਲ ਮੈਂ ਆਵੈ। ਤੁਰਕਾਂ ਦਾ ਖਤਰਾ ਸੀ ਹਰ ਵੇਲੇ, ਫਿਰ ਦਲ 'ਚ ਹੀ ਆ ਜਾਂਦਾ ਸੀ। ਦਲ ਵਿੱਚ ਇਹ ਸੀ ਵੀ ਸਿੰਘ ਇਕੱਠੇ ਸੀਗੇ, ਜੇ ਦੁਸ਼ਮਣ ਹਮਲਾ ਕਰੇਗਾ ਤੇ 2-2 ਹੱਥ ਕਰਕੇ ਮਾਰਾਂਗੇ। ਘਰ 'ਚ ਇਕੱਲੇ ਕਾਬੂ ਆ ਗਏ ਤਾਂ ਤਸੀਹੇ ਦੇ ਕੇ ਮਾਰਨਗੇ, ਫਰਕ ਸੀਗਾ। ਇਸ ਕਰਕੇ ਸਿੰਘ ਜਿਹੜਾ ਸੁੱਖਾ ਸਿੰਘ ਕਦੀ ਵਿਚਾਰਾ ਰਾਤ ਨੂੰ, ਕਦੀ ਹਫ਼ਤੇ, ਕਦੀ 15 ਦਿਨ ਘਰ ਜਾਂਦਾ ਸੀ ਆਪਣੇ ਜੀਆਂ ਨੂੰ ਮਿਲਣ ਵਾਸਤੇ। ਸਮੋ ਪਾਏ ਉਸ ਬੇਟੀ ਭਈ। ਸਮਾਂ ਆਇਆ 1-2 ਸਾਲ ਪਿੱਛੋਂ, ਉਹਦੇ ਘਰ ਇੱਕ ਲੜਕੀ ਨੇ, ਇੱਕ ਬੇਟੀ ਨੇ ਜਨਮ ਲਿਆ, ਬੱਚੀ ਹੋਈ। ਆਪ ਮੋਈ ਕੈ ਨਾਰ ਮਾਰ ਦਈ। ਉਹ ਬੱਚੀ ਪਤਾ ਨਹੀਂ ਵਿਚਾਰੀ ਜੰਮਦੇ ਹੀ ਮਰ ਗਈ, ਜਾਂ ਉਹਦੀ ਘਰ ਵਾਲੀ ਨੇ, ਜਾਂ ਕਿਸੇ ਮਾਈਆਂ ਨੇ। ਉਦੋਂ ਇਹ ਰਿਵਾਜ ਹੁੰਦਾ ਸੀ ਕੁੜੀ ਵਿਆਹਣੀ ਪੈਗੀ, ਕੀ ਕਰਨੀ ਹੈ, ਆਪਾਂ ਕੁੜੀ ਦਾਜ ਦਿੰਦੇ ਫਿਰਾਂਗੇ। ਉਹ ਬੀਬੀਆਂ ਇਹੋ ਜਿਹੀ ਚੱਕ ਦੇ ਦਿੰਦੀਆਂ ਸਨ। ਉਹ ਕੁੜੀ ਕਿਤੇ ਮਾਰ ਦਿੱਤੀ ਜਾਂ ਮਰ ਗਈ। ਭਾਈ ਸੁੱਖਾ ਸਿੰਘ ਨੂੰ ਤੇ ਪਤਾ ਨਹੀਂ, ਉਹਦੇ ਬਾਹਰ ਜੰਗਲਾਂ ਵਿੱਚ ਸੀਗਾ।
ਘਰ ਜੰਮਦਿਆਂ ਹੀ ਕੁੜੀ ਚੜ੍ਹਾਈ ਕਰ ਗਈ। ਜਹ ਚਰਚਾ ਖਾਲਸੇ ਮੈਂ ਆਈ। ਇਹ ਗੱਲ ਚਲਦਿਆਂ ਚਲਦਿਆਂ ਸਿੰਘਾਂ ਜਾ ਗਈ ਵੀ ਸੁੱਖਾ ਸਿੰਘ ਦੇ ਘਰ ਲੜਕੀ ਹੋਈ ਸੀ ਤੇ ਇਹਦੇ ਘਰਦਿਆਂ ਨੇ ਮਾਰ ਦਿੱਤੀ ਹੈ। ਬਰਤਨ ਛੋਹਣ ਤੈ ਦਇਓ ਹਟਾਈ। ਇਹਦਾ ਹੁਣ ਬਈ ਭਾਂਡਾ ਵੱਖਰਾ ਕਰ ਦਿਓ। ਖਾਲਸੇ ਦੀ ਮਰਜ਼ਾਦਾ ਨੜੀ ਮਾਰ ਤੇ ਕੁੜੀ ਮਾਰ ਨਾਲ ਨਹੀਂ ਵਰਤਦੇ, ਉਹਨੂੰ ਭਾਂਡੇ ਨੂੰ ਹੱਥ ਨਹੀਂ ਲਾਣ ਦਿੰਦੇ। ਬਰਤਨ ਛੂਹਣ ਤੇ ਦਿਓ ਹਟਾਈ। ਮੈਂ ਸੁੱਖਾ ਸਿੰਘ ਬਈ ਤੇਰੀ ਘਰ ਵਾਲੀ ਨੇ ਕੁੜੀ ਮਾਰਤੀ ਹੈ ਤੇ ਹੁਣ ਤੂੰ ਭਾਂਡੇ ਨੂੰ ਹੱਥ ਨਹੀਂ ਲਾਣਾ। ਸਿੰਘਾਂ 'ਚ ਲੰਗਰ ਨਹੀਂ ਤੂੰ ਬਹਿ ਕੇ ਛਕ ਸਕਦਾ। ਪਿੱਛੇ ਹੋ ਕੇ ਭਾਈ ਸੁੱਖਾ ਸਿੰਘ ਦਾ ਬਾਟਾ ਵੱਖਰਾ ਕਰ ਦਿੱਤਾ। ਕਹੈ ਖਾਲਸਾ ਕੰਨਿਆ ਮਾਰੀ। ਸਾਰਾ ਪੰਥ ਹੀ ਕਹਿਣ ਲੱਗ ਪਿਆ, ਤੋਹਮਤ ਲੱਗ ਗਈ, ਇਲਜ਼ਾਮ ਲੱਗ ਗਿਆ, ਬਦਨਾਮੀ ਮੱਥੇ ਲੱਗ ਗਈ, ਕਲੰਕ ਲੱਗ ਗਿਆ। ਸੁੱਖਾ ਸਿੰਘ ਦੇ ਘਰ ਵਾਲੀ ਨੇ ਕੁੜੀ ਮਾਰਤੀ ਹੈ। ਰੀਤ ਖਾਲਸੇ ਕੀ ਹੈ ਬਿਗਾਰੀ। ਇਹ ਖਾਲਸੇ ਦੀ ਰੀਤ ਵਿਗਾੜਤੀ ਹੈ। ਖਾਲਸੇ ਦੀ ਮਰਜ਼ਾਦਾ ਕੁੜੀ ਮਾਰਨਾ ਵਰਤਦੇ ਨਹੀਂ ਹਨ। ਪੰਥ ਖਾਲਸਾ ਮੁਖ ਨਾ ਲਗਾਵੇ। ਹੁਣ ਸੁੱਖਾ ਸਿੰਘ ਦੀ ਜਿੰਨੀ ਚੜ੍ਹਤ ਸੀ ਫਿਰ ਬਦਨਾਮੀ ਹੋ ਗਈ। ਮੂੰਹ ਨਹੀਂ ਲਾਉਂਦੇ ਸਿੰਘ, ਫਤਿਹ ਦੀ ਖੁਸ਼ੀ ਨਾਲ ਬੁਲਾਉਂਦੇ। ਵਿਚਾਰਾ ਸੇਵਾ ਕਰਨੀ ਚਾਹੁੰਦਾ, ਉਹਨੂੰ ਕਰਨ ਨਹੀਂ ਦਿੰਦੇ। ਪਰੇ ਹਟ, ਭਾਂਡਾ ਵੱਖਰਾ ਕਰ ਦਿੱਤਾ। ਉਹ ਬਾਟਾ ਵੀ ਵਿਚਾਰਾ ਆਪਣਾ ਲੈ ਕੇ ਪਿੱਛੇ ਕੱਲਾ ਆਪਣਾ ਬਾਟਾ ਉਹਦੇ 'ਚ ਦਾਲ ਭਾਜੀ ਪਵਾ ਕੇ ਤੇ ਪਿੱਛੇ ਜਾ ਕੇ ਖਾਂਦਾ ਸੀਗਾ। ਕੁੜੀ ਮਾਰ ਕਹਿ ਦੂਰ ਬਿਠਾਵੇਂ। ਕੁੜੀ ਮਾਰ ਨਾਲ ਨਹੀਂ ਵਰਤਣਾ। ਤੂੰ ਵੀ ਸਿੰਘਾਂ ਦੇ ਲੰਗਰ 'ਚ ਨਹੀਂ ਵੜ ਸਕਦਾ, ਸਿੰਘਾਂ ਦੇ ਭਾਂਡੇ ਨੂੰ ਹੱਥ ਨਹੀਂ ਲਾ ਸਕਦਾ। ਕਿਸੇ ਸਿੰਘ ਦੇ ਭਾਂਡੇ ਨੂੰ ਹੱਥ ਨਹੀਂ ਲਾਣ ਦਿੰਦੇ। ਹੁਣ ਬਖਸ਼ੈ ਨਾ ਖਾਲਸਾ ਬਿਨਾ ਕਰ ਰਹਿਓ। ਬੜੀਆਂ ਬੇਨਤੀਆਂ ਕੀਤੀਆਂ। ਸੁੱਖਾ ਸਿੰਘ ਨੇ ਆਖਿਆ ਜੀ ਮੈਨੂੰ ਨਹੀਂ ਪਤਾ, ਮੈਂ ਤਾਂ ਤੁਹਾਡੇ ਵਿੱਚ ਸੀਗਾ। ਉਹ ਮਾਰਤੀ ਉਹਨਾਂ ਨੇ, ਪਤਾ ਨਹੀਂ ਕਿ ਮਰ ਗਈ, ਤੁਸੀਂ ਮੈਨੂੰ ਤੇ ਮਾਫ ਕਰੋ। ਪਰ ਸਿੰਘ ਕਹਿੰਦੇ ਨਾ, ਕੁੜੀ ਮਾਰ ਨੂੰ ਨਹੀਂ ਬਖਸ਼ਦੇ ਅਸੀਂ। ਖਾਏ ਅੰਦੇਸੋ ਸਿੰਘ ਕੋ ਗਇਓ। ਇਹ ਪਰੇਸ਼ਾਨੀ ਭਾਈ ਸੁੱਖਾ ਸਿੰਘ ਨੂੰ ਅੰਦਰੋਂ ਅੰਦਰ ਹੀ ਖਾਣ ਲੱਗ ਪਈ। ਚਿੰਤਾ ਬੜੀ ਵੱਡੀ ਚੀਜ਼ ਹੈ। ਕਿਸੇ ਬੰਦੇ ਦੀ ਇੰਨੀ ਚੜ੍ਹਤ ਹੋਵੇ, ਉਹਦੀ ਬਦਨਾਮੀ ਹੋ ਜਾਏ, ਮਨ ਦੇ ਵਿੱਚ ਬੜਾ ਭਾਰੀ ਗਮ ਲੱਗ ਗਿਆ। ਜਿਤੇ ਚੜੀ ਥੀ ਸਿੰਘ ਕੀ ਬਾਤ। ਜਿੰਨੀ ਗੱਲ ਚੜੀ ਸੀ ਨਾ ਭਾਈ ਸੁੱਖਾ ਸਿੰਘ ਦੀ, ਤਿਤੇ ਉਸੈ ਭਈ ਨੀਚੀ ਜਾਤ। ਓਨੀ ਉਹਦੀ ਨੀਵੀਂ ਹੋ ਗਈ ਵਿਚਾਰੇ ਦੀ। ਭਾਵ ਕਿੱਥੇ ਤੇ ਉਹ ਸਿੰਘਾਂ ਦੇ ਵਿੱਚ ਬਹਿੰਦਾ ਸੀ, ਸਿੰਘਾਂ ਦੇ ਨਾਲ ਮਤੇ ਕਰਦਾ ਸੀ। ਕੋਈ ਕੰਮ ਹੁੰਦਾ ਸਿੰਘ ਉਹਦੀ ਸਲਾਹ ਨਾ ਕਰਦੇ ਸੀ। ਕਿਤੇ ਤੇ ਹੁਣ ਉਹਨੂੰ ਬਾਟਾ ਵੀ ਕਹਿਤਾ ਵੀ ਤੂੰ ਆਪਣਾ ਵੱਖਰਾ ਰੱਖ ਲੈ ਤੇ ਉਹ ਪਿੱਛੇ ਰਿਹਾ ਕਰ, ਸਿੰਘਾਂ ਦੇ ਅੱਗੇ ਨਾ ਆਇਆ ਕਰ। ਉਹ ਫਿਰ ਬੜੀ ਉਹਨੂੰ ਮਹਿਸੂਸ ਹੋਣ ਲੱਗ ਪਈ ਗੱਲ। ਮਨ ਆਪਣੇ ਮਹਿ ਚਿੰਤਾ ਕਰੇ। ਬੜੀ ਚਿੰਤਾ 'ਚ ਪਿਆ ਰਹਿੰਦਾ ਸੁੱਖਾ ਸਿੰਘ। ਬਕੇ ਨਾ ਬੋਲੇ ਚੁੱਪ ਕਰ ਰਹੇ। ਨਾ ਕਿਸੇ ਨਾਲ ਬੋਲਦਾ, ਨਾ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਦਾ। ਸਿੰਘ ਵੀ ਉਹਨੂੰ ਬੁਲਾ ਕੇ ਖੁਸ਼ ਨਹੀਂ ਤੇ ਚੁੱਪ ਕਰਕੇ ਵਿਚਾਰਾ ਟਾਈਮ ਪਾਸ ਕਰਦਾ ਹੈ। ਦੋਹਰਾ ਅਹਿਮਦ ਸ਼ਾਹ ਲਾਹੌਰ ਮੱਲ ਪੜਿਓ ਦਿੱਲੀ ਕੇ ਰਾਹੇ। ਉਹਨਾਂ ਦਿਨਾਂ ਵਿੱਚ ਭਾਣਾ ਵਰਤਿਆ। ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਆ ਕਬਜ਼ਾ ਕੀਤਾ। ਲਾਹੌਰ ਤੇ ਕਬਜ਼ਾ ਕਰਕੇ ਲਾਹੌਰ ਮੱਲ ਕੇ ਅਹਿਮਦ ਸ਼ਾਹ ਦਿੱਲੀ ਨੂੰ ਚਲਾ ਗਿਆ। ਲਾਹੌਰ ਹਿਫਾਜ਼ਤ ਕਰਨ ਕੋ ਫੌਜ ਛੋੜ ਗਇਓ ਵਾਹੇ। ਤੇ ਆਪਣੀ ਗਿਲਜਿਆਂ ਦੀ ਫੌਜ, ਗਿਲਜੇ ਹੁੰਦੇ ਆ ਅਫਗਾਨਿਸਤਾਨ ਦੇ ਜਾਂ ਈਰਾਨ ਦੇ, ਬੜੇ ਬੜੇ ਜਵਾਨ ਹੁੰਦੇ ਆ, ਉਹਨਾਂ ਨੂੰ ਗਿਲਜੇ ਕਹਿੰਦੇ। ਉਹ ਨਵੇਂ ਪੰਜਾਬ ਵਿੱਚ ਆਏ। ਉਹਨਾਂ ਫੌਜ ਅਹਿਮਦ ਸ਼ਾਹ ਅਬਦਾਲੀ ਉਹਨਾਂ ਦੀ ਕਈ ਹਜ਼ਾਰ ਗਿਲਜਿਆਂ ਦੀ ਫੌਜ ਲਾਹੌਰ ਛੱਡ ਗਿਆ। ਨਿਕਸੀ ਫੌਜ ਲਾਹੌਰ ਤੇ ਅਤ ਵੱਡ ਮਰਦ ਕਿਨਾਏ। ਉਹ ਕਹਿੰਦੇ ਆ ਵੀ ਕੱਲੇ ਕੱਲੇ ਬੱਕਰਾ ਖਾ ਜਾਂਦੇ ਇਹੋ ਜਿਹੇ ਜਵਾਨ ਹੁੰਦੇ। ਦੋ ਦੋ ਘੋੜਿਆਂ ਦੇ ਸਵਾਰ ਹੁੰਦੇ, ਭਾਵੇਂ ਇੱਕ ਘੋੜਾ 15 ਮਿੰਟ ਬਾਅਦ ਦੂਜਾ ਫਿਰ ਬਦਲਣਾ। ਦੋ ਘੋੜੇ ਰੱਖਦੇ ਵੀ ਥੱਕ ਨਾ ਜਾਏ ਘੋੜਾ ਸਾਨੂੰ ਕਿਤੇ। ਇਹੋ ਜਿਹੇ ਜਵਾਨ ਹੁੰਦੇ ਉਹ ਗਿਲਜਿਆਂ ਦੀ ਫੌਜ ਲਾਹੌਰ ਸ਼ਹਿਰ ਤੋਂ ਨਿਕਲੀ। ਕਹਾਂ ਸਿੱਖ ਕਹਤੇ ਫਿਰੈ ਹਮਕੋ ਦੇਹੋ ਦਿਖਾਏ। ਬੜੇ ਜਵਾਨ 7-7 ਫੁੱਟੇ ਦੁੰਬੇ ਖਾਣੇ ਪਠਾਨ ਨਿਕਲੇ। ਉਹ ਪੁੱਛਦੇ ਫਿਰਦੇ ਸਿੱਖ ਕਿੱਥੇ ਨੇ, ਸਾਨੂੰ ਦਿਖਾਓ ਜਰਾ ਵੀ ਕਿਹੜੇ ਸਿੱਖ ਨੇ। ਕਹਿੰਦੇ ਬਾਗੀ ਨੇ ਇਸ ਦੇਸ਼ 'ਚ ਅਸੀਂ ਦੇਖੀ, ਅਸੀਂ ਤੇ ਬੜੇ ਬੜੇ ਬਾਗੀ ਸਿੱਧੇ ਕਰਤੇ, ਉਹਨਾਂ ਨੂੰ ਵੀ ਕਰ ਦਿਆਂਗੇ। ਚੌ ਪਈ ਘੋੜੇ ਵੱਡੋ ਆਓ ਵੱਡੇ ਜਵਾਨ। ਉਹਨਾਂ ਦੇ ਘੋੜੇ ਵੀ ਵੱਡੇ, ਉਹ ਜਵਾਨ ਵੀ ਬੜੇ ਵੱਡੇ ਹੁੰਦੇ ਆ। ਸਾਥ ਸ਼ਾਹ ਜੋ ਖਾਣਾ ਖਾਣ। ਉਹ ਬਾਦਸ਼ਾਹ ਦੇ ਨਾਲ ਖਾਣਾ ਖਾਂਦੇ, ਭਾਵ ਉਹਨਾਂ ਦੀ ਖੁਰਾਕ ਬੜੀ ਹੈ। ਉਹ ਉਧਰ ਤੁਹਾਨੂੰ ਪਤਾ ਹੀ ਹੈ ਕਾਬਲ ਵਾਲਾ ਅਖਰੋਟ, ਬਦਾਮ, ਨੇਜੇ, ਪਿਸਤੇ, ਕਾਜੂ, ਬੜੀਆਂ ਚੀਜ਼ਾਂ ਹੁੰਦੀਆਂ। ਉਹਦੇ ਨਾਲ ਉਹਦਾ ਖਾਣਾ ਦੂਜਾ ਦੁੰਬੇ ਖਾਣੇ, ਬੱਕਰੇ ਖਾਣੇ, ਪੂਰਾ ਕੱਲਾ ਕੱਲਾ ਹੀ ਖਾ ਜਾਂਦੇ ਆ। ਇਹੋ ਜਿਹੇ ਜਵਾਨ ਸੀਗੇ ਉਹ। ਹਾਂਜੀ। ਟੋਪ ਸੀਸ ਸੰਜੋਗ ਗਲ ਪਾਈ। ਸਿਰ ਦੇ ਤੇ ਲੋਹੇ ਦੇ ਟੋਪ ਪਾਏ ਹੁੰਦੇ ਆ ਤੇ ਪਿੰਡੇ ਤੇ ਸਾਰਾ ਲੋਹੇ ਦਾ ਹੀ ਉਹਨਾਂ ਨੇ ਕੱਪੜਤਾ, ਜਿਹਨੂੰ ਸੰਜੋਗ ਕਹਿੰਦੇ, ਪਾਈ ਹੁੰਦੀ। ਤੋੜ ਸੁੱਥਣ ਵੀ ਲੋਹੇ ਪਾਈ। ਸੁੱਥਣ ਵੀ ਜਿਹੜੀ ਆ ਥੱਲੇ ਪਜਾਮਾ ਵੀ ਪੈਰਾਂ ਨੂੰ, ਉਹ ਵੀ ਲੋਹੇ ਦਾ ਹੀ ਪਾਇਆ ਹੁੰਦਾ। ਹਾਂਜੀ। ਪੈਰੀ ਨਲੈਨਾ ਦਸਤੀ ਦਸਤਾਨੇ। ਪੈਰਾਂ 'ਚ ਜੁੱਤੀ ਜਿਹੜੀ ਨਲੈਨਾ, ਉਹਦੇ ਉੱਤੇ ਪੱਤੀਆਂ ਲੱਗੀਆਂ ਹੁੰਦੀਆਂ ਲੋਹੇ ਦੀਆਂ, ਪੈਰਾਂ ਦੇ ਉੱਤੇ ਵੀ ਸੱਟ ਨਾ ਲੱਗੇ। ਹੱਥਾਂ ਵਿੱਚ ਵੀ ਜਾਲੀਦਾਰ ਦਸਤਾਨੇ ਲੋਹੇ ਦੇ ਹੁੰਦੇ ਆ ਤੇ ਇੱਥੇ ਵੱਖਰੇ, ਮੋਢਿਆਂ ਤੇ ਵੱਖਰੇ, ਛਾਤੀ ਤੇ ਵੱਖਰੀਆਂ ਪਲੇਟਾਂ ਹੁੰਦੀਆਂ। ਔਰ ਪੂਰਾ ਸਰੀਰ ਉਹਨਾਂ ਨੇ ਢੱਕ ਕੇ ਰੱਖਿਆ ਲੋਹੇ ਨਾਲ। ਘੋੜਨ ਪਰ ਬੜ ਬਰਗਸਤਾਨੇ। ਤੇ ਘੋੜਿਆਂ ਤੇ ਵੀ ਬਖਤਰ ਪਾਏ ਹੁੰਦੇ। ਬਖਤਰ ਮੈਨੇ ਲੋਹੇ ਦੀ ਝੁੱਲ ਪਾਈ ਹੁੰਦੀ ਵੀ ਘੋੜੇ ਨੂੰ ਵੀ ਤਲਵਾਰ ਬਰਛਾ ਨਾ ਲੱਗੇ। ਹਾਂਜੀ। ਐਸੇ ਬਹੁ ਗਿਲਜ ਚੜ ਧਾਏ। ਇਹੋ ਜਿਹੇ ਗਿਲਜੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਾਬਲ ਦੇ ਜਵਾਨ ਕਿੱਡੇ ਹੁੰਦੇ ਆ। ਹਜ਼ਾਰਾਂ ਦੀ ਤਾਦਾਦ ਵਿੱਚ ਉਹ ਆਏ ਹੋਏ ਸੀਗੇ।
ਉਹ ਲਾਹੌਰੋਂ ਨਿਕਲੇ ਸਿੱਖਾਂ ਦਾ ਸ਼ਿਕਾਰ ਕਰਨ ਲਈ। ਸੰਗ ਕਸੂਰੀ ਪਠਾਨ ਲਿਆਏ, ਨਾਲ ਉਹਨਾਂ ਦੇ ਰਲ ਕੇ ਪੰਜਾਬ ਦੇ ਕਸੂਰ ਦੇ ਪਠਾਨ ਪੰਜਾਬੀ ਉਹ ਦੱਸਣ ਵਾਸਤੇ। ਹੁਣ ਗਿਲਜਿਆਂ ਨੂੰ ਤਾਂ ਬੋਲੀ ਨਹੀਂ ਆਉਂਦੀ ਪੰਜਾਬ ਦੀ, ਨਾ ਪੰਜਾਬ ਦੀ ਉਹ ਸਮਝਣ, ਨਾ ਉਹਨਾਂ ਦੀ ਪੰਜਾਬੀ ਸਮਝਣ, ਤੇ ਨਾਲ ਉਹਨਾਂ ਨੇ ਪੰਜਾਬੀ ਮੁਸਲਮਾਨ ਪਠਾਨ ਜਿਹੜੇ ਗਿਲਜੇ ਸੀਗੇ ਕਸੂਰ ਦੇ ਉਹ ਲਾ ਲਏ। ਸੋਰਠਾ ਬੁੱਢੇ ਕੋਟ ਗਿਰਾਏ, ਉਤੇ ਜੋ ਸਿੰਘਣ ਘਰ ਘਣੇ। ਇੱਕ ਬੁੱਢਾ ਕੋਟ ਪਿੰਡ ਹੈ, ਉੱਥੇ ਉਹਦੇ ਲਾਗੇ ਸਿੰਘਾਂ ਦੇ ਬੜੇ ਪਿੰਡ ਘਰ ਹਨ। ਹਲਕਾਰਨ ਸਿਲ ਕਰਾਏ, ਲਿਓ ਮਾਰ ਅਰ ਬੰਦ ਕਰ। ਉੱਥੇ ਉਹਨਾਂ ਨੇ ਆ ਕੇ ਉਸ ਪਿੰਡ ਦੇ ਵਿੱਚ ਬੜਾ ਉਦਮ ਮਚਾਇਆ, ਬੁੱਢੇ ਕੋਟ ਤੇ ਹਮਲਾ ਕੀਤਾ, ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਚਾਉ ਪਈ ਸਿੰਘ ਰਹਿਤ ਥੇ ਦਰਿਆ ਕਿਨਾਰੇ। ਸਿੰਘ ਦਰਿਆਵਾਂ ਦੇ ਕਿਨਾਰੇ ਰਹਿੰਦੇ ਸੀ ਉਦੋਂ ਬਰੇਤੀਆਂ ਵਿੱਚ, ਜਿਵੇਂ ਮੰਨ ਲਓ ਬਿਆਸਾ ਦਾ ਕਿਨਾਰਾ ਹੈ ਜਾਂ ਸਤਲੁਜ ਦਾ ਕਿਨਾਰਾ ਹੈ। ਇੱਕ ਤਾਂ ਪਾਣੀ ਖੁੱਲਾ ਮਿਲ ਜਾਂਦਾ, ਇੱਕ ਸ਼ਿਕਾਰ ਖੁੱਲਾ ਮਿਲ ਜਾਂਦਾ, ਗੁਜ਼ਾਰਾ, ਤੇ ਘੋੜਿਆਂ ਨੂੰ ਵੀ ਘਾਹ ਪੱਠਾ ਮਿਲ ਜਾਂਦਾ। ਸਿੰਘ ਉੱਥੇ ਰਹਿੰਦੇ ਸੀ। ਗਿਲਜਨ ਲੱਖ ਸਿੰਘ ਹੋ ਗਏ ਪਾਰੇ। ਜਦੋਂ ਤੁਰਕਾਂ ਦੀ ਗਿਰਜਾਂ ਦੀ ਫੌਜ ਆਈ, ਸਿੰਘ ਦਰਿਆਓਂ ਪਾਰ ਲੰਘ ਗਏ, ਕਿਉਂਕਿ ਉਹਨਾਂ ਨੇ ਦਾ ਮਾਰਨਾ ਸੀ, ਇੱਥੋਂ ਆਪਣਾ ਬਚਾਅ ਹੀ ਕਰਨਾ ਸੀ। ਸਿੰਘ ਤੁਰਕਾਂ ਨੂੰ ਵੇਖ ਕੇ ਦਰਿਆ ਟੱਪ ਆਏ, ਉਰਲੇ ਪਾਸੇ ਆ ਗਏ ਦੁਆਬੇ ਵਿੱਚ। ਤਬ ਗਿਲਜਨ ਕੋ ਗਰਬਾ ਆਇਆ। ਜਦੋਂ ਸਿੰਘ ਬਿਆਸਾ ਟੱਪ ਕੇ ਉਰਲੇ ਪਾਸੇ ਆਏ ਤੇ ਤੁਰਕਾਂ ਨੂੰ ਬੜਾ, ਗਿਲਜਿਆਂ ਨੂੰ ਬੜਾ ਹੰਕਾਰ ਆ ਗਿਆ ਵੀ ਲੈ ਉਹ ਸਾਡੇ ਤੋਂ ਡਰ ਕੇ ਭੱਜ ਗਏ ਸਿੱਖ। ਹਾਂਜੀ, ਲਿਖ ਸਿੰਘਣ ਕੀ ਔਰ ਪਠਾਇਆ। ਗਿਲਜਿਆਂ ਨੇ ਸਿੱਖਾਂ ਵਾਲ ਇੱਕ ਚਿੱਠੀ ਲਿਖੀ। ਹਿਮ ਲਿਖ ਭੇਜਿਓ ਸਿੰਘਣ ਪਾਸ। ਸਿੰਘਾਂ ਕੋਲੇ ਚਿੱਠੀ ਲਿਖ ਕੇ ਭੇਜੀ ਗਿਲਜਿਆਂ ਨੇ, ਪਠਾਣਾ ਨੇ। ਹਮ ਹੈ ਭਾਈ ਸ਼ਾਹ ਕੇ ਖਾਸ। ਉਹ ਭਾਈ ਅਸੀਂ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਭਰਾ ਆ। ਹਮ ਹੈ ਭਾਈ ਸ਼ਾਹ ਕੇ ਖਾਸ, ਅਬਦਾਲੀ ਦੇ ਅਸੀਂ ਭਰਾ ਆ ਖਾਸ। ਹਾਂਜੀ, ਤੁਮ ਅਖਵਾਵਤ ਸਿੰਘ ਸਿਪਾਹੀ। ਤੇ ਤੁਸੀਂ ਆਪਣੇ ਆਪ ਨੂੰ ਸਿੰਘ ਕਹਾਂਦੇ ਹੋ, ਸੁਣਿਆ ਸਿੰਘ ਸ਼ੇਰ ਨੂੰ ਕਹਿੰਦੇ ਨੇ। ਹਮ ਦੇਖਣ ਤੁਮ ਆਏ ਲੜਾਈ। ਅਸੀਂ ਤਾਂ ਤੁਹਾਡੀ ਲੜਾਈ ਦੇਖਣ ਆਏ ਸੀ, ਤੁਹਾਡੇ ਹੱਥ ਦੇਖਣ ਆਏ ਸੀ। ਅਫਗਾਨਿਸਤਾਨ ਤੋਂ ਚੱਲ ਕੇ ਵੀ ਬੜੇ ਬਹਾਦਰ ਸੁਣੀਦੇ ਨੇ ਸਿੱਖ। ਦੋਹਰਾ ਗਰਦ ਦੇਖ ਤੁਮ ਭੱਜ ਗਏ, ਭਏ ਦਰਿਆਵੋਂ ਪਾਰ। ਓਏ ਤੁਸੀਂ ਸਿੱਖੜਿਓ ਸਾਡੇ ਘੋੜਿਆਂ ਦੀਆਂ ਪੈਰਾਂ ਦੀ ਟਾਪ ਸੁਣ ਕੇ ਤੇ ਉੱਡਦੀ ਧੂੜ ਵੇਖ ਕੇ ਡਰ ਗਏ। ਅਸੀਂ ਤਾਂ ਸੁਣਿਆ ਸੀ ਬੜੇ ਬਹਾਦਰ ਹੋ, ਤੁਸੀਂ ਤਾਂ ਸਾਨੂੰ ਵੇਖ ਕੇ ਦਰਿਆ ਟੱਪ ਗਏ ਹੋ। ਇੰਨੇ ਡਰਪੋਕ ਹੋ ਤੁਸੀਂ, ਇੰਨੇ ਡਰ ਗਏ ਹੋ ਸਾਡੇ ਤੋਂ। ਹਾਂਜੀ, ਝੂਠ ਕਹਾਇਓ ਸਿੰਘ ਤੁਮ, ਗੀਦੀ ਗੁਲਾਮ ਗਵਾਰ। ਝੂਠਾ ਹੀ ਆਪਣੇ ਆਪ ਨੂੰ ਸਿੰਘ ਕਹਾਈ ਜਾਂਦੇ ਹੋ। ਤੁਸੀਂ ਤਾਂ ਗਿੱਦੜੋ, ਤੁਸੀਂ ਤਾਂ ਗਵਾਰ ਹੋ, ਤੁਸੀਂ ਤਾਂ ਗੁਲਾਮ ਹੋ। ਇਹ ਤਾਂ ਉਹਨਾਂ ਨੇ ਚਿੱਠੀ ਬੜੀ ਤੁਹਮਤ ਵਾਲੀ, ਸਿੱਖਾਂ ਨੂੰ ਟੁੰਬਣ ਵਾਲੀ ਲਾ ਕੇ ਲਿਖ ਕੇ ਭੇਜੀ। ਹਾਂਜੀ, ਪਕੈ ਤੋ ਹਮ ਸੋ ਖੜ ਤੁਸੀਂ, ਆਏ ਕਰੋ ਦੋਏ ਹਾਥ। ਜੇ ਤੁਸੀਂ ਮਰਦ ਹੋ ਔਰ ਆਪਣੇ ਆਪ ਨੂੰ ਸਿੰਘ ਕਹਾਂਦੇ ਹੋ, ਖਾਲਸਾ ਕਹਾਂਦੇ ਹੋ, ਤਾਂ ਸਾਡੇ ਨਾਲ ਦੋ ਦੋ ਹੱਥ ਖਲੋ ਕੇ ਕਰੋ। ਦੋਏ ਦੋਏ ਆਵੋ ਸਿੰਘ ਤੁਮ, ਇੱਕ ਇੱਕ ਦੁਰਾਨੀ ਸਾਥ। ਅਸੀਂ ਤੁਹਾਡੀ ਬੜੀ ਸੋਭਾ ਸੁਣੀ ਹੈ, ਤੁਸੀਂ ਦੋ ਦੋ ਸਿੰਘ ਭੇਜੋ, ਅਸੀਂ ਇੱਕ ਪਠਾਨ ਭੇਜਾਂਗੇ। ਉਹ ਪਠਾਨ ਲਿਖ ਰਹੇ ਚਿੱਠੀ, ਸਾਡਾ ਇੱਕ ਪਠਾਨ, ਤੁਹਾਡੇ ਦੋ ਸਿੱਖ। ਫੇਰ ਵੀ ਤੁਸੀਂ ਸਾਨੂੰ ਮਾਰ ਜਾਓ, ਅਸੀਂ ਸਮਝਾਂਗੇ ਵੀ ਤੁਸੀਂ ਬਹਾਦਰ ਹੋ। ਹਾਂਜੀ, ਸਿੰਘਣ ਲਾਏ ਦੀਵਾਨ ਤਬ, ਲਈ ਲਿਖਤ ਸਭ ਵਾਚ। ਇਹ ਚਿੱਠੀ ਖਾਲਸੇ ਕੋਲ ਆਈ ਤੇ ਸਿੰਘਾਂ ਨੇ ਵਾਚ ਲਈ, ਪੜ੍ਹ ਲਈ ਦੀਵਾਨ ਲਾ ਕੇ। ਉੱਤਰ ਉਨ ਕੋ ਲਿਖ ਪਠਿਓ, ਹਮ ਤੁਮ ਲਰਨ ਇਮ ਸਾਚ। ਇਹ ਫਿਰ ਖਾਲਸੇ ਨੇ ਅੱਗੋਂ ਜਵਾਬ ਜਿਹੜਾ ਲਿਖ ਕੇ ਭੇਜਿਆ ਨਾ, ਉੱਤਰ ਲਿਖ ਕੇ ਭੇਜਿਆ, ਉਹ ਕੱਲ ਨੂੰ ਆਪਾਂ ਸੁਣਾਂਗੇ। ਸਿੰਘਾਂ ਦਾ ਜਵਾਬ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਦੇ ਉਹ ਗਿਲਜੇ ਮੈਦਾਨ 'ਚ ਆਏ। ਹੁਣ ਇਧਰ ਕੀ ਹੋਇਆ, ਉਹ ਭਾਈ ਸੁੱਖਾ ਸਿੰਘ ਦੀ ਬਹਾਦਰੀ ਦਾ ਇੱਕ ਮਹਾਨ ਕਾਰਨਾਮਾ ਸਾਹਮਣੇ ਆਏਗਾ। ਉਹ ਆਪਾਂ ਕੱਲ ਨੂੰ ਸੁਣਨਾ ਪਿਆਰਿਓ। ਹਾਜ਼ਰੀ ਭਰੋ, ਕੇਵਲ 4-5 ਦਿਨ ਹੋਰ ਰਹਿ ਗਏ ਆ। ਸ਼ਨੀਵਾਰ ਸ਼ਾਮ ਤੱਕ ਇਹ ਕਥਾ ਚੱਲਣੀ ਹੈ, ਫਿਰ ਦਾਸ ਨੇ ਚਾਲਾ ਮਾਰ ਜਾਣਾ, ਤੇ ਜੇ ਗੁਰੂ ਨੇ ਚਾਹਿਆ ਤਾਂ ਫਿਰ ਅੱਗੇ ਇਹ ਲੜੀ ਕਦੀ ਫਿਰ ਆਰੰਭ ਕਰਾਂਗੇ। ਸੋ ਇਤਨੇ ਕੀ ਬਚਨ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ ਹੈ।